ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਨਿਤ ਅਤੁਲ, ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ। ਧੰਨ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਸ਼ਹਾਦਤ ਪੁਰਬ ਚੱਲ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਵੱਲੋਂ ਅਦੁੱਤੀ ਅਤੇ ਅਜ਼ੀਮ ਸ਼ਹਾਦਤਾਂ, ਉਹਨਾਂ ਦੇ ਦਿਲੋਂ ਪਿਆਰੇ ਸਿੱਖਾਂ ਦੁਆਰਾ, ਪਿਆਰਿਆਂ ਦੁਆਰਾ ਜਾਮੇ ਸ਼ਹਾਦਤ ਪੀਣੇ ਅਤੇ ਬਹਾਦਰੀ, ਦਲੇਰੀ, ਇਨਸਾਨੀ ਕਦਰਾਂ ਕੀਮਤਾਂ 'ਤੇ ਪਹਿਰਾ ਦਿੰਦਿਆਂ ਧਰਮ ਦੇ ਰਾਹ 'ਤੇ ਤੁਰਦਿਆਂ ਇੱਕ ਅਸਮਾਨ ਉਚੇਰੇ ਇਤਿਹਾਸ ਨੂੰ, ਤਵਾਰੀਖ ਨੂੰ ਜਨਮ ਦੇਣਾ, ਉਹਨਾਂ ਦਿਵਸ, ਉਹਨਾਂ ਦਿਹਾੜਿਆਂ ਨੂੰ ਅਸੀਂ ਮਨਾ ਰਹੇ ਹਾਂ। ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਕਰ ਰਹੇ ਹਾਂ। ਮੁਸਲਸਲ ਇਹ ਦੀਵਾਨ, ਜਿਹਦਾ ਨਾਮ ਸਫਰੇ ਸ਼ਹਾਦਤ ਰੱਖਿਆ ਗਿਆ, ਉਹ ਚੱਲ ਰਿਹਾ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਦਰਿਆਏ ਸਰਸਾ ਤੋਂ ਵਾਇਆ ਕੋਟਲਾ ਨਿਹੰਗ ਰੋਪੜ ਤੋਂ ਹੁੰਦੇ ਹੋਏ ਚਮਕੌਰ ਪਹੁੰਚਦੇ ਨੇ। ਚਮਕੌਰ ਦੇ ਮੈਦਾਨਾਂ ਦੇ ਵਿੱਚ ਉਹ ਜਾ ਕੇ ਡਟਦੇ ਨੇ ਅਤੇ ਫਿਰ ਬੁੱਧੀ ਚੰਦ, ਜੋ ਕਿ ਚਮਕੌਰ ਗਿਰਾਂ ਦਾ ਵਸੇਬਾ ਕਰਨ ਵਾਲਾ ਚੌਧਰੀ ਸੀਗਾ, ਆਪਣੀ ਹਵੇਲੀ ਲੈ ਕੇ ਜਾਂਦਾ ਹੈ। ਸਾਹਿਬ ਮਹਾਰਾਜ ਹਵੇਲੀ ਦੇਰ ਰਾਤ ਪੜਾਅ ਪਾਉਂਦੇ ਜਾ ਕੇ। ਅਸੀਂ ਤਵਾਰੀਖ ਦੇ ਰੰਗਾਂ ਨੂੰ ਬਿਆਨ ਕਰਦੇ ਇੱਥੋਂ ਤੱਕ ਪਹੁੰਚੇ ਸੀ। ਅੱਜ ਕੁਝ ਗਲੇਰੇ ਰੰਗ ਇਸੇ ਇਤਿਹਾਸ ਵਿੱਚੋਂ ਅਸੀਂ ਵੇਖਾਂਗੇ। ਨਾਲ ਨਾਲ ਸੇਮ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੇ ਖਿਆਲਾਂ ਦੀ ਬਾਤ ਨਾਲ ਹੀ, ਜੋ ਅੱਜ ਦੇ ਸਮੇਂ ਦੇ ਵਿੱਚ ਸੰਦੇਸ਼ ਜੋ ਸਾਡੇ ਲਈ ਕਾਰਗਰ ਹੈ, ਜਿਹਦੀ ਸਿਗਨੀਫਿਕੇਸ਼ਨ ਅੱਜ, ਜਿਹਦੀ ਪ੍ਰਮਾਣਤਾ ਸਾਨੂੰ ਅੱਜ ਸਮਝਣ ਦੀ ਲੋੜ ਹੈ, ਉਹਦੀ ਬਾਤ ਪਾਵਾਂਗੇ। ਹਮੇਸ਼ਾ ਦੀ ਤਰ੍ਹਾਂ ਫਤਿਹ ਦੀ ਆਵਾਜ਼ੇ ਨਾਲ ਪ੍ਰਾਰੰਭ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਬਚਨ ਆਪ ਪਿੱਛੇ ਸਟੇਜ 'ਤੇ ਪੜ੍ਹ ਵੀ ਸਕਦੇ ਹੋ। ਮਰਨ ਮੁਨਸਾਂ ਸੋਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਜਿਉਣਾ ਹੱਕ ਹੈ ਬੰਦੇ ਦਾ, ਮਰਨਾ ਵੀ ਹੱਕ ਹੋ ਜਾਂਦਾ ਹੈ। ਹੱਕ ਹੋ ਜਾਣ ਦਾ ਮਤਲਬ ਮੀਨਿੰਗਫੁਲ ਹੋ ਜਾਣਾ। ਜੇ ਜੀਣ ਦੀ ਜਾਚ ਆ ਜਾਏ, ਬੰਦੇ ਨੂੰ ਮਰਨ ਦੀ ਜਾਚ ਵੀ ਆ ਜਾਂਦੀ ਹੈ। ਅਦਰਵਾਈਜ਼ ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣ ਇਸ ਕੋਏ। ਮਰਦਿਆਂ ਮਰਦਿਆਂ ਸਭ ਨੇ ਮਰਨਾ ਆਖਰਕਾਰ। ਇੱਕ ਦਿਨ ਤੇ ਹਮੇਸ਼ਾ ਤੇ ਕੋਈ ਵੀ ਨਹੀਂ ਰਿਹਾ ਇੱਥੇ। ਜੋ ਉਪਜਿਓ ਸੋ ਬਿਨਸੈ ਪਰੋ ਆਜ ਕੇ ਕਾਰ। ਪਰ ਮਰਨ ਦੀ ਜਾਚ ਆਉਣੀ, ਇਹ ਵੀ ਬੜੀ ਜ਼ਰੂਰੀ ਹੈ। ਅਤੇ ਮਰਨਾ ਕਿਸੇ ਚੰਗੇਰੇ ਰਾਏ, ਵਿਚਾਰ, ਖਿਆਲ, ਅਸੂਲ ਨੂੰ ਸਮਰਪਿਤ ਹੋ ਕੇ ਜ਼ਿੰਦਗੀ 'ਤੇ ਇੱਕ ਐਸਾ ਫੁੱਟਪ੍ਰਿੰਟ, ਇੱਕ ਐਸੀ ਪੈੜ ਪਾ ਜਾਣੀ, ਇੱਕ ਐਸੀ ਸੰਦਲੀ ਰਾਹ ਪਾ ਜਾਣਾ, ਜਿਹੜਾ ਜਦੋਂ ਤੱਕ ਮਾਨਵਤਾ ਰਹੇ ਉਹ ਰਾਹ ਉਹਨੂੰ ਰੁਸ਼ਨਾਉਂਦਾ ਰਹੇ, ਨੁਸ਼ਿਆਉਂਦਾ ਰਹੇ, ਉਹਨੂੰ ਉਸ ਹਮਕ 'ਤੇ ਖੁਸ਼ਬੂ ਭਰਦਾ ਰਹੇ। ਅਤੇ ਸਾਹਿਬ ਪਾਤਸ਼ਾਹ ਅਤੇ ਪਾਤਸ਼ਾਹ ਜੀ ਦੇ ਸਿੱਖ ਇਸ ਗੱਲ ਤੋਂ ਬਿਲਕੁਲ ਵਾਕਫ ਨੇ। ਜੋ ਉਹ ਪੈੜਾਂ ਪਾ ਰਹੇ ਨੇ, ਜਿਨ੍ਹਾਂ ਰਾਹਾਂ 'ਤੇ ਉਹ ਤੁਰ ਰਹੇ ਨੇ, ਇਹਨਾਂ ਨੇ ਇੱਕ ਮਾਨਵਤਾ ਦੀ ਤਵਾਰੀਖ ਕੱਢਣੀ ਹੈ, ਇੱਕ ਮਾਨਵਤਾ ਲਈ ਇੱਕ ਸੇਧ ਕੱਢਣੀ ਹੈ। ਅਸੀਂ ਬਚਨ ਪੜ੍ਹਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇਹ ਗੁਰੂ ਵਾਲੇ ਪਾਸੇ ਜਾਣ ਦਾ ਰਾਹ ਆ। ਇਹ ਉਹ ਰਾਹ ਆ ਜਿਸ ਨੂੰ ਕਿਹਾ ਗਿਆ ਸੀਗਾ ਕਿ ਚਰਨ ਚਲੋ ਮਾਰਗ ਗੋਬਿੰਦ। ਇਹ ਉਹ ਗੋਬਿੰਦ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਹਦੇ ਅਸੂਲਾਂ ਨੂੰ ਪਾਲਣ ਦਾ ਰਾਹ ਆ। ਖੈਰ, ਤਵਾਰੀਖੀ ਰੰਗ ਨੂੰ ਨਾਲ ਨਾਲ ਲੈ ਲਈਏ। ਸਾਹਿਬ ਪਾਤਸ਼ਾਹ ਜਦੋਂ ਉਸ ਗੜੀ ਦੇ ਵਿੱਚ ਜਾਂਦੇ ਨੇ, ਮੈਂ ਬਿਆਨ ਕਰ ਰਿਹਾ ਸੀਗਾ ਕਿ ਉਹ
हकीम जी जिक्र करते हैं कि जिस खित्ते में कहते थे आना ये वही है, जिस जहाँ पे बच्चों को है कटाना ये वही है, जिस जगह से कल लुट के है जाना ये वही है, कि मट्टी कह देती है कि टिकाना ये वही है। गुरु गोबिंद सिंह साहब तो उन्होंने सिखा बिल्कुल साक्षात आ भी होण की वाला है, क्योंकि चार चपेरे फौजां जड़ियां ने उन्होंने सूह मिल रही हो आके नगर नूं गढ़ी नूं घेरा पा रही ने चार चपेरे चमकौर दे विच। इहदे बाबत ये भी मैं बयान जरूर करना चाहांगा कि ਜਦੋਂ ਅਸੀਂ ਕੰਪੈरेटिव ਸਾਈਡ ਤੇ ਦੇਖਦੇ ਹਾਂ ਤੇ ਕਈ ਵਾਰੀ ਦੁਨੀਆ ਦੇ ਵੱਖਰੇ ਵੱਖਰੇ ਆਸਥਾ ਰੱਖਣ ਵਾਲੇ ਵਿਸ਼ਵਾਸ ਰੱਖਣ ਵਾਲੇ ਲੋਕ ਜਿਹੜੇ ਸਾਡੇ ਕੁਝ ਧਾਰਮਿਕ ਨਗਰ ਨੇ ਜਾਂ ਜਿਵੇਂ ਨਨਕਾਣਾ ਸਾਹਿਬ ਆ, ਜਿਵੇਂ ਪਟਨਾ ਸਾਹਿਬ ਆ, ਜਿਵੇਂ ਅੰਮ੍ਰਿਤਸਰ ਸਾਹਿਬ ਆ, ਉਹਨਾਂ ਦੇ ਮੁਕਾਬਲਤ ਨੂੰ ਆਪਣੇ ਨਗਰਾਂ ਨੂੰ ਪੇਸ਼ ਕਰ ਸਕਦੇ ਨੇ ਵੀ ਤੁਹਾਡੇ ਕੋਲ ਆਹ ਨਗਰ ਹੈ, ਸਾਡੇ ਕੋਲ ਆਹ ਨਗਰ ਹੈ। ਨਨਕਾਣਾ ਸਾਹਿਬ ਤੁਹਾਡੇ ਇੱਥੇ ਜਿਹੜਾ ਹੈ ਤੁਹਾਡੇ ਧਰਮ ਦੇ ਪੇਸ਼ਵਾ ਆਗੂ ਜਿਨ੍ਹਾਂ ਨੇ ਸਿੱਖੀ ਦਾ ਬੂਟਾ ਲਾਇਆ, ਉਹਨਾਂ ਦਾ ਇਹ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਅਸਥਾਨ ਹੈ, ਉਹਨਾਂ ਦੇ ਜਨਮ ਸਥਾਨ ਹੈ। ਇਨ ਬਿਨ ਪਟਨਾ ਸਾਹਿਬ ਇਸ ਕਿਸਮ ਦੇ ਨਾਲ ਬਾਤ ਹੋ ਸਕਦੀ ਹੈ। ਮਗਰ ਕੁਝ ਨਗਰ ਐਸੇ ਨੇ ਜਿਹੜੇ ਬਿਲਕੁਲ ਕਿਸੇ ਤਰੀਕੇ ਦੇ ਨਾਲ ਵੀ ਕੋਈ ਐਗਜ਼ਾਮਪਲ ਵੀ ਨਹੀਂ ਲਿਆਈ ਜਾ ਸਕਦੀ, ਜਿਨ੍ਹਾਂ ਨੂੰ ਕਹਿ ਜਾਓ ਕਿ ਲਾਸਾਨੀ ਨੇ, ਜਿਨ੍ਹਾਂ ਦਾ ਸਾਨੀ ਕੋਈ ਨਹੀਂ, ਜਿਨ੍ਹਾਂ ਨੂੰ ਕੋਈ ਤੁਸੀਂ ਕੰਪੈਰੀਜ਼ਨ ਲੈਵਲ 'ਤੇ ਮਿਸਾਲ ਵੀ ਨਹੀਂ ਦੇ ਸਕਦੇ। ਉਹਨਾਂ ਦੇ ਵਿੱਚ ਅਨੰਦਪੁਰ ਸਾਹਿਬ ਆ, ਉਹਨਾਂ ਦੇ ਵਿੱਚ ਚਮਕੌਰ ਆ, ਉਹਨਾਂ 'ਚ ਸਰਹਿੰਦ ਆ, ਫਤਿਹਗੜ੍ਹ ਸਾਹਿਬ। ਕਿੱਥੋਂ ਤੁਸੀਂ ਮੁਕਾਬਲਤਨ ਇਹੋ ਜਿਹਾ ਨਗਰ ਅਤੇ ਇਹੋ ਜਿਹੇ ਗਿਰਾਂ ਨੂੰ ਕਿਤੋਂ ਲਿਆਓਗੇ, ਪੇਸ਼ ਕਰੋਗੇ ਕੰਪੈਰੇਟਿਵ ਮੁਕਾਬਲੇ 'ਤੇ? ਜੋ ਗੁਰੂ ਬਾਬਾ ਜੀ ਅਤੇ ਗੁਰੂ ਬਾਬਾ ਜੀ ਦੇ ਵਰਸਾਏ ਉਹਨਾਂ ਰੂਹਾਂ ਨੇ ਉੱਥੇ ਸਿਰਜਿਆ ਹੈ। ਸਾਹਿਬ ਮਹਾਰਾਜ ਇਹਦੀ ਵਾਕਫੀਅਤ ਰੱਖਦੇ ਨੇ ਪੂਰੀ ਤਰ੍ਹਾਂ ਇਸ ਰੂਪ ਦੇ ਵਿੱਚ। ਖੈਰ, ਉਸ ਗੜੀ ਦੇ 'ਚ ਟਿਕਾਣਾ ਹੁੰਦਾ ਆ। ਜਿਹੜੀ ਇਹ 'ਚੋਂ ਸਿੱਖਣ ਵਾਲੀ ਗੱਲ ਆ, ਮੈਂ ਅੱਜ ਦੇ ਕਰਸਾਨੀ ਮੁਹਾਜ ਦੀ ਸਾਹਮਣੇ ਰੱਖੀਏ, ਉਹਨੂੰ ਵੀ ਦੇਖ ਲਈਏ, ਕਿਉਂਕਿ ਜੋ ਕੁਝ ਅੱਖਾਂ ਦੇ ਸਾਹਮਣੇ ਹੋ ਰਿਹਾ ਉਹਨਾਂ ਤੋਂ ਅੱਖਾਂ ਫੇਰੀਆਂ ਨਹੀਂ ਜਾ ਸਕਦੀਆਂ, ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਦੇਖੋ, ਜਦੋਂ ਇਹੋ ਜਿਹੇ ਸਮੇਂ 'ਚੋਂ ਬੰਦਾ ਲੰਘਦਾ ਹੈ, ਜਦੋਂ ਵਿਪਤਾ, ਮੁਸੀਬਤ, ਮੁਸ਼ਕਲ, ਤਕਲੀਫ ਬਿਲਕੁਲ ਅੱਖਾਂ ਟੱਡ ਕੇ, ਬਿਲਕੁਲ ਅੱਖਾਂ ਖੋਲ੍ਹ ਕੇ ਸਾਹਮਣੇ ਖੜੀ ਹੋਏ, ਉਦੋਂ ਬੰਦਾ ਜਾਂ ਤਾਂ ਬਿੱਲੀ ਦੀ ਤਰ੍ਹਾਂ ਅੱਖਾਂ ਬੰਦ ਕਰ ਲਏ ਜਾਂ ਲੁਕਾ ਕੇ ਅੱਖਾਂ ਛੁਪਾ ਕੇ ਸੱਜੇ ਖੱਬੇ ਇਸ ਤਰੀਕੇ ਨਾਲ ਵੇਖਣ ਲੱਗੇ, ਭਾਵ ਉਹਨੂੰ ਅਵੋਇਡ ਕਰੇ, ਉਹਦੇ 'ਚੋਂ ਭੱਜਣ ਦੀ ਟਰਾਈ ਕਰੇ, ਅਤੇ ਜਾਂ ਫਿਰ ਇਤਨਾ ਜ਼ਿਆਦਾ ਉਹਦੇ ਵਾਸਤੇ ਓਵਰ ਥਿੰਕ ਕਰ ਲਵੇ ਕਿ ਮੁਸੀਬਤ ਇਸ ਤੋਂ ਪਹਿਲਾਂ ਮਾਰੇ, ਬੰਦਾ ਆਪ ਹੀ ਮਰ ਜਾਏ। ਕਈ ਵਾਰ ਅਸੀਂ ਇਹ ਵੀ ਰੂਪ ਆਉਂਦਾ ਸਾਡੇ ਵਿੱਚ। ਇਸ ਸਾਰੇ ਸਮੇਂ ਦੇ ਵਿੱਚ ਆਪਣੇ ਰੋਲ ਨੂੰ, ਆਪਣੇ ਜੋ ਸਾਡਾ ਐਕਚੁਅਲ ਲੈਵਲ 'ਤੇ ਉਸ ਸਮੇਂ ਦੇ ਵਿੱਚ ਬਣਦਾ ਹਿੱਸਾ ਆ, ਉਹਨੂੰ ਸਹੀ ਰੂਪ ਵਿੱਚ ਪਾਉਣਾ। ਸਾਹਿਬ ਪਾਤਸ਼ਾਹ ਜੀ ਦੇ ਸਿੱਖ ਉੱਥੇ ਜਿਹਨੂੰ ਹਕੀਮ ਜੀ ਜ਼ਿਕਰ ਕਰਦੇ ਨੇ ਵੀ ਸੋ ਗਏ ਜ਼ਮੀਨ ਪਰ ਜੀ ਪੋਸ਼ ਬਿਛਾ ਕਰ, ਕੁਛ ਪਹਿਰਾ ਲਗੇ ਦੇਨੇ ਤਲਵਾਰ ਉਠਾ ਕਰ। ਕਈਆਂ ਨੇ ਥੱਲੇ ਜਿਹੜਾ ਹੈ ਥੱਲੇ ਹੀ ਪੋਸ਼ ਲਗਾ ਲਿਆ, ਜ਼ਮੀਨ 'ਤੇ ਹੀ ਆਸਨ ਲਗਾ ਲਿਆ, ਕੁਝ ਸੋ ਗਏ, ਕੁਝ ਲੇਟ ਗਏ, ਕੁਝ ਸ਼ਮਸ਼ੀਰਾਂ ਅਤੇ ਸ਼ਾਸਤਰ ਫੜ ਕੇ ਮਮਟੀਆਂ 'ਤੇ ਚੜ੍ਹ ਕੇ ਪਹਿਰਾ ਦੇਣ ਲੱਗੇ। ਇਸ ਸਾਰੇ ਦੇ ਵਿੱਚ ਕੁਝ ਸਮਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਨੇ ਵੀ ਜਿਹੜਾ ਹੈ ਆਰਾਮ ਵਿੱਚ ਬਤੀਤ ਕੀਤਾ। ਉਸ ਤੋਂ ਬਾਅਦ ਹਕੀਮ ਜੀ ਜ਼ਿਕਰ ਕਰਦੇ ਨੇ ਕਿ ਬਣਦਾ ਕੀ ਹੈ, डेढ़ घड़ी रात गई जिक्र खुदा में, खेमे से निकल आए सरकार हवा में, कदमों से टहलते हैं और मन है दुआ में, कहते हैं खुदावंद खुश हूँ तेरी रज़ा में। ਹੁਣ ਜਿਹੜੇ ਇਹ ਬਚਨ ਉਸਨੇ ਕਹੇ ਨੇ, ਇਹਨੂੰ ਤੁਸੀਂ ਬੜੇ ਧਿਆਨ ਨਾਲ ਦੇਖੋਗੇ। ਜ਼ਿਕਰ ਇਹ ਹੈ, ਉਹ ਕਹਿੰਦਾ ਕਿ ਡੇਢ ਘੜੀ ਗੁਜ਼ਰੀ ਜਬ ਜ਼ਿਕਰ ਖੁਦਾ में, ਕੁਝ ਸਮਾਂ ਪੈ ਗਏ, ਪੈਣ ਤੋਂ ਬਾਅਦ ਉੱਠੇ ਤੇ ਰੱਬ ਦੇ ਜ਼ਿਕਰ ਵਿੱਚ, ਉਹਦੇ ਸਿਮਰਨ ਵਿੱਚ, ਉਹਦੇ ਪਠਨ ਪਾਠਨ ਦੇ ਵਿੱਚ ਲੱਗ ਗਏ। ਬੜੀ ਵੱਡੀ ਸਿੱਖਿਆ ਆ। ਮੈਂ ਤਾਂ ਮੈਂਟਲ ਹੈਲਥ 'ਚ ਲੰਬੇ ਸਮੇਂ ਤੋਂ ਕੰਮ ਕਰ ਰਿਹਾ। ਲੋਕਾਂ ਦੇ ਘਰਾਂ 'ਚ ਮੁਸੀਬਤਾਂ ਆਉਂਦੀਆਂ, ਕਿਤੇ ਬਿਮਾਰੀਆਂ, ਕਿਤੇ ਤਕਲੀਫ, ਕਿਤੇ ਫਾਈਨੈਂਸ਼ੀਅਲ ਇਸ਼ੂਜ਼। ਸਭ ਤੋਂ ਵੱਡੀ ਬਾਤ ਜਦੋਂ ਰਿਲੇਸ਼ਨਸ਼ਿਪਸ ਦੇ ਵਿੱਚ ਇਸ਼ੂਜ਼ ਆਉਂਦੇ, ਬੱਚਿਆਂ ਦੇ ਇਸ਼ੂਜ਼ ਆਉਂਦੇ, ਘਰਾਂ ਦੇ ਵਿੱਚੋਂ ਇੰਡੀਵਿਜੂਅਲ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦੇ, ਐਡਿਕਸ਼ਨ ਨੇ ਚਲੇ ਜਾਂਦੇ, 100 ਤਰ੍ਹਾਂ ਦੀਆਂ। ਲੋਕ ਇਹ ਬਿਆਨ ਕਰਦੇ ਕਿਵੇਂ ਰਾਤ ਕੱਟਾਂ, ਰਾਤ ਨੀਂਦ ਨਹੀਂ ਆਉਂਦੀ, ਦਿਨੇ ਚੈਨ ਨਹੀਂ ਆਉਂਦਾ, ਆਹ ਹਾਲਤ ਆ, ਆਹ ਹਾਲਤ ਆ। ਮੈਂ ਕਹਿੰਦਾ ਆਹ ਰਾਤਾਂ ਦੇਖੋ ਕਿਵੇਂ ਨਿਕਲਦੀਆਂ ਹੋਣਗੀਆਂ। ਅਜੇ ਅਸੀਂ ਅੱਗੇ ਜਾ ਕੇ ਮਾਤਾ ਗੁਜਰੀ ਦੀ ਠੰਡੇ ਬੁਰਜ ਦੀਆਂ ਰਾਤਾਂ ਦੀ ਬਾਤ ਪਾਵਾਂਗੇ। ਪਰ ਇੱਥੇ ਤਾਂ ਸਪਸ਼ਟ ਆ ਨਾ
ਵੀ ਚਾਰ ਛਪੇਰੇ ਧੌਂਸੇ ਵੱਜ ਰਹੇ ਨੇ, ਘੋੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਜੋ ਹੈ ਚਾਰ ਛਪੇਰੇ ਬੰਦਾ ਮੁਸ਼ਕ ਕਰਦਾ ਹੋਇਆ ਮੁਲਖਈਆ ਘੇਰਾ ਪਾ ਰਿਹਾ, ਤੇ ਪਤਾ ਆ ਕਿ ਸਿੱਧੇ ਤੌਰ ਤੇ ਮੁਕਾਬਲਾ ਮੌਤ ਨਾਲ ਹੈ। ਪਰ ਹਕੀਕਤ ਕੀ ਆ ਉਸ ਦੇ ਵਿੱਚ ਵੀ? ਲੋਕ ਕਹਿੰਦੇ ਮੈਨੂੰ ਤੇ ਕਹਿੰਦੇ ਰੱਬ ਨਹੀਂ ਯਾਦ ਆਉਂਦਾ। ਇਹ ਸਮਾਂ ਆ ਕੋਈ, ਜੇ ਰੱਬ ਹੋਏ ਤੇ ਬੌੜੀ ਨਾ ਕਰੇ। ਇੱਥੇ ਵੀ ਹਕੀਮ ਅੱਲਾ ਯਾਰ ਖਾਂ ਜੋਗੀ ਇੱਕ ਮੋਮਨ ਲਖਾਰੀ ਲਿਖਦਾ, ਕਹਿੰਦਾ ਡੇਢ ਘੜੀ ਰਾਤ ਗਈ ਜ਼ਿਕਰ ਖੁਦਾ ਮੇਂ, ਖੁਦਾ ਦਾ ਜ਼ਿਕਰ ਹੋ ਰਿਹਾ ਹੈ। ਕਹਿੰਦੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ ਕਦਮੋਂ ਸੇ ਟਹਿਲਤੇ हैं और दिल है दुआ में। ਇਹਨੂੰ ਸਾਡੇ ਕੁਝ ਰਾਈਟਰਸ ਨੇ ਇਸ ਤਰੀਕੇ ਨਾਲ ਬਿਆਨ ਕੀਤਾ ਕਿ ਸਾਹਿਬ ਮਹਾਰਾਜ ਜਦੋਂ ਕਦਮਾਂ ਦੇ ਨਾਲ ਟਹਿਲ ਰਹੇ ਨੇ ਉਸ ਗੜੀ ਦੇ ਵਿਹੜੇ ਦੇ ਵਿੱਚ, ਜਿਵੇਂ ਬਾਰਾਂਦਰੀ ਹੁੰਦੀ ਉਹਦੇ ਵਿਹੜੇ ਦੇ ਵਿੱਚ, ਇਸ ਤਰੀਕੇ ਦੇ ਨਾਲ ਮਹਾਰਾਜ ਟਹਿਲ ਕਦਮੀ ਕਰ ਰਹੇ ਨੇ। ਤੇ ਭਾਈ ਦਇਆ ਸਿੰਘ ਗੁਰੂ ਸਾਹਿਬ ਨੂੰ ਟਹਿਲਦਿਆਂ ਹੋਇਆਂ ਦੇਖਦੇ ਤੇ ਕੋਲ ਆ ਜਾਂਦੇ ਤੇ ਆ ਕੇ ਪੁੱਛਦੇ, ਪਾਤਸ਼ਾਹ ਕੋਈ ਜ਼ਿਕਰ, ਕੋਈ ਫਿਕਰ? ਸਾਹਿਬ ਮਹਾਰਾਜ ਕਹਿੰਦੇ ਕੋਈ ਫਿਕਰ ਨਹੀਂ। ਜੇ ਕੋਈ ਫਿਕਰ ਨਹੀਂ ਤੇ ਫਿਰ ਕਿਸੇ ਫਿਕਰ ਦਾ ਜ਼ਿਕਰ ਵੀ ਨਹੀਂ। ਜਿਹੜੀ ਇਹ ਬਾਤ ਲਿਖੀ ਕਿ ਕਹਿੰਦੇ ਵੀ ਖੁਸ਼ ਹੂੰ ਖੁਦਾਵੰਦ ਤੇਰੀ ਰਜ਼ਾ ਮੇਂ, ਉਹਦੀ ਰਜ਼ਾ ਵਿੱਚ ਸ਼ੁਕਰ ਹੈ, ਉੱਥੇ ਸ਼ੁਕਰ ਹੈ, ਇਹ ਧੁਨ ਅੰਦਰ ਗੂੰਜ ਰਹੀ ਹੈ। ਤੇ ਇਹ ਨਹੀਂ ਕਿ ਗੁਰੂ ਸਾਹਿਬ ਨੂੰ ਅਹਿਸਾਸ ਨਹੀਂਗਾ ਕਿ ਸਮਾਂ ਕੈਸਾ ਆਇਆ, ਵਕਤ ਕੈਸਾ ਆਇਆ, ਕੈਸੇ ਹਾਲਾਤ ਬਣਨਗੇ। ਉਸ आलम दे बचन ने कहते कदमों से टहलते हैं और मन है दुआ में, कहते हैं खुदावंद खुशू तेरी रजा में। करतार से बोले गोया रूबरू होकर, कल चमकौर से जाऊंगा सुरखरू होकर। वो कहते करतार से बोले गोया रूबरू होकर, उस करतारी हस्ती नाल रूबरू हुंदे, साक्षात अकाल पुरख वाहिगुरू ਨੂੰ ਸੰਬੋਧਨ ਕਰਦੇ, ਐਡਰੈਸ ਕਰਦੇ ਤੇ ਉਹਨੂੰ ਬਿਆਨ ਕਰਦੇ, हे खुदाया, हे अकाल पुरख वाहिगुरू, जो तू ड्यूटी लाई है ना, और ड्यूटी कल पूरी करांगा। ये एहसास है कल चमकौर से जाऊंगा सुरखरू होकर, तो सुरखरू होकर गुजरांगा। जो साहिब पातशाह जी ने जो हुणे रागी वीर गा रहे सीगे कि गगन दमामा बाजियो परयो निशाने काओ, खेत जो मांडियो सूरमा, अब जूजन को दाओ, सूरा सो पहचानिया जो लरै दीन के हेत, पुरजा पुरजा कट मरै कभू ना छाड़ै खेत। जिथे आपां निवारण दी ਜਿਹਨੂੰ ਖਿਆਲ ਐਕਸਟ੍ਰੀਮ ਐਗਜ਼ਾਮਪਲ ਆ ਵੀ ਜੋ ਮਰਜ਼ੀ ਹੋ ਜੇ, ਆਖਰੀ ਰਕਤ ਬੂੰਦ ਤੱਕ ਆਪਣੇ ਆਪ ਨੂੰ ਜਿਹੜਾ ਹੈ ਨਿਉਛਾਵਰ ਕਰਨਾ ਉਸ ਰੂਪ ਦੇ ਅੰਦਰ। ਸੋ ਉਹ ਬਾਤ ਉਹਨਾਂ ਸਿੱਖਾਂ, ਉਹਨਾਂ ਪਿਆਰਿਆਂ, ਉਹਨਾਂ ਗੁਰੂ ਪੁੱਤਰਾਂ ਦੇ ਉਸ ਰੂਪ ਵਿੱਚ ਮੌਜੂਦ ਆ। ਖੈਰ ਸਾਹਿਬ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਕੋਈ ਜ਼ਿਕਰ ਨਹੀਂ, ਕੋਈ ਫਿਕਰ ਨਹੀਂ। ਰਾਤ ਗੁਜ਼ਰ ਰਹੀ ਹੈ, ਦਿਨ ਦੀ ਲੋ ਫੁੱਟ ਰਹੀ ਹੈ। ਅੱਜ ਦਿਨ ਉਹ ਸੂਰਜ ਅੱਜ ਇੱਕ ਗਵਾਹੀ ਭਰੇਗਾ ਇੱਕ ਐਸੇ ਅਣਸਾਵੇ ਜੰਗ ਦੀ ਜਿਹੜਾ ਸ਼ਾਇਦ ਤਵਾਰੀਖ ਵਿੱਚ ਕਦੀ ਕਿਸੇ ਨੇ ਨਹੀਂ ਵੇਖਿਆ ਹੋਣਾ। ਮੈਂ ਇਹਦੇ 'ਚ 2-4 ਮਿਸਾਲਾਂ ਹੋਰ ਦੇਣੀਆਂ ਚਾਹਾਂਗਾ। ਹਾਲਾਂਕਿ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਆਪਣੇ ਪਿਛਲੇ ਇਤਿਹਾਸ ਵਿੱਚ ਵੀ ਪਈਆਂ ਨੇ। ਇੱਥੇ 40 ਭੁੱਖਣ ਪਾਣੇ ਸਿੱਖ ਨੇ ਜਿਹੜੇ ਗੜੀ ਦੇ ਅੰਦਰ ਬੈਠੇ ਨੇ, ਤੇ ਬਾਹਰ ਪਹਾੜੀ ਜਿਹੜਾ ਹੈਗਾ ਰਾਜੇ ਸਾਰੇ ਨੇੜੇ ਤੇੜੇ ਸੂਬਿਆਂ ਦੇ ਸਰਹੰਦ ਤੋਂ ਲੈ ਕੇ ਲਾਹੌਰ ਮੁਲਤਾਨ ਤੱਕ ਦੇ ਸਾਰੇ, ਇੱਧਰ ਬਸੀਆਂ ਪਠਾਣਾਂ ਦੇ ਸਾਰੇ ਰੰਗੜ, ਸਾਰੇ ਰਾਜਪੂਤ, ਸਾਰੇ ਮੁਗਲ ਹੁਕਮਰਾਨ, ਜੋ ਕੁਝ ਵੀ, ਈਵਨ ਵੱਡੇ ਲੈਵਲ ਤੇ ਜੋ ਮੁਲਖਈਆ ਉਹਨਾਂ ਨੇ ਤਮਾਸ਼ਬੀਨ ਸਭ ਇਕੱਠਾ ਕਰਕੇ ਢੋਲ ਦੇ ਡਗੇ ਤੇ ਲਿਆਂਦਾ ਚਾਰ ਚਪੇਰੇ। ਤੇ ਜਦੋਂ ਇਹ ਦਿਨ ਚੜ੍ਹ ਰਿਹਾ ਤੇ ਉਸ ਵਕਤ ਵਜ਼ੀਰ ਖਾਂ ਆਪ ਸਾਰੀ ਕਮਾਂਡ ਸੰਭਾਲ ਰਿਹਾ। ਵਜ਼ੀਰ ਖਾਨ ਲੱਗਦਾ ਕਿ ਬਸ ਟਰੋਫੀ ਇਜ਼ ਫਿਊ ਸਟੈਪ ਅਵੇ ਫਰੋਮ ਮੀ, ਮਤਲਬ ਮੈਂ ਗੁਰੂ ਤੇ ਗੁਰੂ ਦੇ ਸਿੱਖਾਂ ਨੂੰ ਜਿਉਂਦਿਆਂ ਨੂੰ ਫੜ ਲੈਣਾ ਤੇ ਬਸ ਮੈਂ ਤੇ ਕਮਾਲ ਕਰ ਦੇਣੀ। ਮੈਂ ਤੇ ਦਿੱਲੀ ਹਕੂਮਤ ਨੂੰ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਗਿਆ, ਗੱਡਿਆਂ ਤੇ ਲੱਦੇ ਉਹਨਾਂ ਦੇ ਸਿੱਖਾਂ ਦੇ ਸੀਸ ਤੇ ਹੋਰ ਸਿੱਖ ਤੇ ਉੱਕੇ ਬੰਨ ਕੇ ਬੇੜੀਆਂ 'ਚ ਜੰਗਲਿਆਂ ਦੇ ਵਿੱਚ, ਤੇ ਫਿਰ ਉਹ ਜਲੂਸ ਦੀ ਸ਼ਕਲ ਦੇ ਵਿੱਚ ਦਿੱਲੀ ਲੈ ਕੇ ਗਏ। ਤੇ ਆਲ ਦਾ ਵੇ ਦਿੱਲੀ ਜਾ ਕੇ ਮਤਲਬ ਇੱਕ ਅਸੀਂ ਮਜ਼ਮੇਕਾਰੀ ਕਰਾਂਗੇ, ਇੱਕ ਦਹਿਸ਼ਤ ਫੈਲਾਵਾਂਗੇ। ਉਹ ਸਾਰੇ ਨੂੰ ਆਪਣੇ ਅੰਦਰ ਮਨ ਦੀ ਦੁਨੀਆ 'ਚ ਟੇਸਟ ਕਰ ਰਿਹਾ ਵੀ ਬਸ ਗੱਲ ਤੇ ਬਣੀ ਪਈ ਹੈ, ਹੁਣ ਤੇ ਬਸ ਅਸੀਂ ਫਰੇਬ ਧੋਖਾ ਕਰਕੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਲੈ ਆਏ ਹਾਂ ਤੇ ਹੁਣ ਅਸੀਂ ਘੇਰਾ ਪਾ ਲਿਆ ਸਭ ਇਸ ਰੂਪ ਦੇ ਵਿੱਚ। ਤੇ ਉਸ ਸਮੇਂ ਉਹ ਬੜੀ ਉੱਚੀ ਆਵਾਜ਼ਾਂ ਦੇ ਵਿੱਚ, ਗਗਨ ਚੁੰਬੀਆਂ ਆਵਾਜ਼ਾਂ ਦੇ ਵਿੱਚ ਕਹਿੰਦੇ ਨੇ ਜਿਹੜਾ ਆ ਉਹ ਢੋਲ ਵਜਵਾਉਂਦਾ ਆ, ਉਹ ਨਗਾਰੇ ਵਜਾਉਂਦਾ ਆ, ਉਹ ਖੜਕਾਟ ਕਰਦਾ, ਫਿਰ ਉੱਚੀ ਬੁਨਿਆਦੀ ਆਵਾਜ਼ ਕਰਨ ਦੇ ਵਿੱਚ ਇਹ ਆਵਾਜ਼ ਦਿੱਤੀ ਜਾਂਦੀ ਹੈ ਕਿ ਤੁਹਾਡੇ ਕੋਲ ਕੋਈ ਚਾਰਾ ਨਹੀਂਗਾ, ਤੁਸੀਂ ਘਿਰ ਗਏ ਹੋ ਬੜੀ ਬੁਰੀ ਤਰ੍ਹਾਂ,
ਹੁਣ ਸਿਰਫ ਇੱਕੋ ਹੀ ਚਾਰਾ ਆ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਤੇ ਅਸੀਂ ਤਰਸ ਕਰਕੇ ਜਾਨ ਬਖਸ਼ੀ ਕਰਾਂਗੇ, ਜਿਵੇਂ ਆਮ ਬਾਤਾਂ ਹੁੰਦੀਆਂ ਸਾਰੇ ਦੇ ਵਿੱਚ। ਇਹਦੇ 'ਚ ਆਪ ਦੇਖੋਗੇ ਜਨਰਲ ਜਗਜੀਤ ਸਿੰਘ ਅਰੋੜਾ, ਸ਼ਾਇਦ ਉਹ ਪਿਛਲੇ ਥੋੜ੍ਹੇ ਸਮੇਂ 'ਚ ਫੌਤ ਹੋਏ ਨੇ, ਅਤੇ ਉਸ ਵਕਤ ਜਿਹੜਾ ਬੰਗਲਾਦੇਸ਼ ਦੀ ਜੰਗ ਚੱਲ ਰਹੀ ਸੀ ਉਹਦੇ ਵਿੱਚ ਲੀਡ ਕਰ ਰਹੇ ਸੀ। ਤਵਾਰੀਖ ਇਹ ਕਹਿੰਦੀ ਹੈ ਕਿ 90,000 ਪਾਕਿਸਤਾਨੀ ਫੌਜੀ ਸੀਗਾ ਜਿਹੜਾ ਉਸ ਵਕਤ ਬੰਗਲਾਦੇਸ਼ ਵਿੱਚ ਮੌਜੂਦ ਸੀਗਾ, ਫੁਲੀ ਲੈਸਡ, ਉਹਨਾਂ ਕੋਲ ਵੈਪਨ ਵੀ ਸੀ, ਸਾਰਾ ਕੁਝ ਸੀਗਾ, ਤੇ ਲੜ ਰਹੇ ਸੀਗੇ। ਪਿੱਛੇ ਇੱਕ ਮੁਲਕ ਖੜਾ ਸੀਗਾ, ਉਸ ਮੁਲਕ ਦੇ ਪਿੱਛੇ ਹੋਰ ਮੁਲਕ ਖੜੇ ਸੀਗੇ। ਪੂਰੀ ਦੀ ਪੂਰੀ ਜਿਹੜੀ ਹੈ ਉਹ ਜਿਹੜੀ ਜਿਹਨੂੰ ਕਹਿ ਲਓ ਬਿਸਾਤ ਇਸ ਤਰੀਕੇ ਦੀ ਵਿੱਚ ਹੀ ਸੀਗੇ। ਪਰ ਜਨਰਲ ਜਗਜੀਤ ਸਿੰਘ ਅਰੋੜੇ ਦੇ ਸਾਹਮਣੇ ਜਦੋਂ ਨੇ ਉਸ ਲੈਵਲ ਤੇ ਦਬਾਅ ਪਾਇਆ, 90,000 ਦੀ ਨਫਰੀ ਵਾਲੀ ਜਿਹੜੀ ਆਰਮੀ ਆ ਨਾ, ਉਹ ਦਬਾਅ ਨਾ ਸਹਿ ਸਕੀ। ਤੇ ਉਸ ਦਬਾਅ ਦੇ ਵਿੱਚ ਜਨਰਲ ਨਿਆਜ਼ੀ, ਜਿਹਦਾ ਰਿਵਾਲਵਰ ਅਜੇ ਤੱਕ ਕੋਲਕਾਤਾ ਮਿਊਜ਼ੀਅਮ ਦੇ ਵਿੱਚ ਪਿਆ ਸੀਗਾ, ਉਹ ਹੱਥਾਂ ਤੇ ਇਸ ਤਰੀਕੇ ਨਾਲ ਆਪਣਾ ਰਿਵਾਲਵਰ ਰੱਖ ਕੇ ਜਨਰਲ ਜਗਜੀਤ ਸਿੰਘ ਅਰੋੜੇ ਦੇ ਸਾਹਮਣੇ ਪੇਸ਼ ਹੋ ਗਿਆ, ਅਸੀਂ ਸਰੈਂਡਰ ਕਰਦੇ ਹਾਂ। ਇਹ ਤਵਾਰੀਖ ਗਵਾਹ ਹੈ ਇਸ ਗੱਲ ਦੇ ਰੂਪ ਦੇ ਵਿੱਚ। ਜਦੋਂ ਇਹੋ ਜਿਹੇ ਮਾਹੌਲ ਬਣਦੇ, ਸਮੇਂ ਬਣਦੇ, ਲੋਕਾਂ ਨੂੰ ਉਸ ਮੁਹਿੰਮ ਦੇ ਵਿੱਚ ਆਪਣੇ ਆਪ ਨੂੰ ਜੂਝਣ ਦੀ ਬਜਾਏ ਜਾਨ ਜ਼ਿਆਦਾ ਪਿਆਰੀ ਲੱਗਦੀ। ਲੋਕੀ ਹਰ ਹਰਬਾ ਵਰਤਦੇ ਵੀ ਕਿਸੇ ਤਰੀਕੇ ਦੇ ਨਾਲ। ਇੱਥੇ ਤੁਸੀਂ ਦੇਖੋ, ਜਦੋਂ ਇਸ ਤਰੀਕੇ ਨਾਲ ਸਾਰੇ ਵਜਾਉਂਦੇ ਨਗਾਰੇ ਤੇ ਸਭ ਚੀਜ਼ਾਂ ਦੇ ਵਿੱਚ ਗੁਰੂ ਤੇ ਗੁਰੂ ਕੇ ਸਪੂਤ, ਗੁਰੂ ਕੇ ਸਿੱਖ ਅੰਦਰੋਂ ਜਿਹੜੀ ਜਵਾਬ ਉਹਨਾਂ ਨੂੰ ਦਿੰਦੇ, ਉਹ ਜਵਾਬ ਆਵਾਜ਼ ਦੇ ਕੇ ਨਾ ਦਿੰਦੇ, ਬਲਕਿ ਤੀਰਾਂ ਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਆਵਾਜ਼ਾਂ ਬਾਹਰ ਆਉਂਦੀਆਂ। ਮਹਾਰਾਜ ਦੇ ਸੂਰਮੇ ਤੀਰਾਂ ਦੀ ਬੁਛਾਰ ਕਰਦੇ, ਗੜੀ ਦੀਆਂ ਦੀਵਾਰਾਂ ਤੋਂ ਦੱਸਦੇ ਮੁਗਲ ਸਥਾਂ ਨੂੰ ਕਿ ਸਾਡਾ ਇੱਥੇ ਨਿਸ਼ਚਾ ਕੋਈ ਤੁਹਾਡੇ ਸਾਹਮਣੇ ਹਥਿਆਰ ਸੱਟਣ ਦਾ ਨਹੀਂ, ਸਰੈਂਡਰ ਕਰਨ ਦਾ ਨਹੀਂ, ਸਾਡਾ ਨਿਸ਼ਚਾ ਬਹੁਤ ਉੱਚਾ ਆ। ਅਸੀਂ ਇੱਕ ਨਵਾਂ ਇਬਾਰਤ ਦਾ ਰੰਗ ਲਿਖਣਾ ਹੈ ਇੱਥੇ ਆਪਣੇ ਲਹੂ ਦੇ ਨਾਲ। ਇਸ ਕਰਕੇ ਮੁਗਲ ਹੁਕਮਰਾਨ ਇਹ ਗੱਲ ਭੁੱਲ ਜਾ, ਇਹ ਧਰਤੀ ਕਿਤੇ ਬੁਜ਼ਦਿਲ ਰੰਗ ਦੇ ਵਿੱਚ ਬਹਿ ਤੁਰੇਗੀ ਨਾ। ਇੱਥੇ ਬਹਾਦਰੀ, ਦਲੇਰੀ ਤੇ ਚੜ੍ਹਦੀ ਕਲਾ ਦੀ ਇੱਕ ਨਵੀਂ ਸਵੇਰ ਉਮੜ ਰਹੀ ਹੈ, ਜਿਹੜਾ ਸੂਰਜ ਚੜ੍ਹ ਰਿਹਾ ਹੈ। ਹੁਣ ਅਸੀਂ ਆ ਮੈਦਾਨ ਦੇ ਵਿੱਚ, ਹੁਣ ਮੁਕਾਬਲਾ ਸ਼ਸਤਰਾਂ ਨਾਲ ਹੋਏਗਾ, ਹੁਣ ਮੁਕਾਬਲਾ ਮੈਦਾਨੇ ਜੰਗ ਵਿੱਚ ਹੋਏਗਾ। ਵਜ਼ੀਰ ਖਾਨ ਫਿਰ ਬੜਾ ਦੁਖੀ ਹੈ। ਉਹ ਕਹਿੰਦੇ ਨੇ ਉਸ ਤੋਂ ਬਾਅਦ ਵੀ ਉਹਨੇ 3-4 ਅਨਾਊਂਸਮੈਂਟਸ ਕੀਤੀਆਂ, ਜਦੋਂ ਕੋਈ ਬਾਤ ਨਹੀਂ ਬਣੀ। ਤੇ ਹਾਲਤ ਇਹ ਹੈ, ਜਦੋਂ ਗੜੀ ਦੀਆਂ ਦੀਵਾਰਾਂ ਤੋਂ ਤੀਰ ਤੇ ਉੱਤੋਂ ਆ ਰਹੇ ਜਿਹੜੀਆਂ ਲਗਾਤਾਰ ਬੁਛਾਰਾਂ ਨੇ ਨੇਜਿਆਂ ਦੀਆਂ, ਉਹਨਾਂ ਦੇ ਗੜੀ ਦੇ ਨੇੜੇ ਕੌਣ ਜਾਏ? ਮੁਲਖਈਆ ਹੈ, ਪਰ ਜਿੰਨੀ ਰੇਂਜ ਦੇ ਵਿੱਚ ਸਿੱਖਾਂ ਦੇ ਤੀਰ ਤੇ ਨੇਜਿਆਂ ਦੀ ਮਾਰ ਚੱਲਦੀ ਹੈ, ਉਨੀ ਰੇਂਜ 'ਚ ਕੋਈ ਨੇੜੇ ਨਹੀਂ ਜਾ ਰਿਹਾ। ਵਜ਼ੀਰ ਖਾਨ ਸੋਚਦਾ ਆ ਟਿੱਡੀ ਦਲ ਲੈ ਕੇ ਕੀ ਕਰਾਂਗਾ ਮੈਂ ਸਾਰੇ ਦਾ ਸਾਰਾ। ਵਜ਼ੀਰ ਖਾਨ ਆਪਣੇ ਖੈਰ ਮੋਟੇ ਸਾਰੇ ਜਰਨੈਲਾਂ ਨੂੰ ਉਹਦੇ 'ਚ ਜ਼ਬਰਦਸਤ ਖਾਨ, ਨਾਹਰ ਖਾਨ, ਗਨੀ ਖਾਨ, ਖਵਾਜਾ ਮਹਿਮੂਦ ਅਤੇ ਪਹਾੜੀ ਅਜਮੇਰ ਚੰਦ ਰਾਜਾ, ਇਹ ਸਾਰਿਆਂ ਨੂੰ ਕੋਲ ਬੁਲਾਉਂਦਾ। ਕੋਲ ਬੁਲਾ ਕੇ ਬੜੀ ਉੱਚੀ ਸਪੀਚ ਕਰਦਾ ਤੇ ਕਈਆਂ ਨੂੰ ਇਸ ਤਰੀਕੇ ਨਾਲ ਉਕਸਾਉਂਦਾ ਆ। ਕਹਿੰਦਾ ਆ ਉਹ ਆਪਣੇ ਮਰਦਾਊ ਪੁਣੇ ਦੇ, ਉਹ ਆਪਣੇ ਦਲੇਰਾਨਾ ਰੰਗ ਦੇ, ਉਹ ਆਪਣੇ ਲੜਾਕੇ ਹੋਣ ਦੀਆਂ ਜਿਹੜੀਆਂ ਸ਼ੇਖੀਆਂ ਨੇ, ਇਹ ਘਰ ਹਰਮਾਂ ਦੇ ਵਿੱਚ ਬੇਗਮਾਂ ਕੋਲ ਹੀ ਮਾਰਨ ਜੋਗੇ ਹੋ। ਆ ਸਮਾਂ ਬਣਿਆ, ਸਾਹਮਣੇ ਗੜੀ ਹੈ, ਗੁਰੂ ਤੇ ਗੁਰੂ ਕੇ ਕੁਝ ਸਿੱਖ ਨੇ ਉਹਦੇ ਵਿੱਚ, ਉਸ ਫਕੀਰਾਨਾ ਰੰਗ ਵਿੱਚ ਰੰਗੇ ਹੋਏ ਲੋਕਾਂ ਨੂੰ ਤੁਸੀਂ ਫੜ ਨਹੀਂ ਸਕਦੇ। ਅੱਗੇ ਵਧੋ। ਇਹ ਸਮਾਂ ਹੈ ਆਪਣੀ ਦਲੇਰੀ ਨੂੰ ਅਸਲ ਰੂਪ ਦੇ ਵਿੱਚ ਜਿਹੜਾ ਹੈ ਉਹਦੀ ਜਿਹਨੂੰ ਕਹਿ ਲਗੇ ਡੈਮੋਸਟ੍ਰੇਸ਼ਨ ਕਰਨ ਦਾ, ਉਹਦੇ ਵਿਖਾਵੇ ਦਾ ਕਰਨ ਦਾ। ਆਓ ਅੱਗੇ। ਜਦੋਂ ਇਸ ਤਰੀਕੇ ਨਾਲ ਉਹ ਆਪਣੇ ਫੌਜੀ ਜਰਨੈਲਾਂ ਨੂੰ ਬੜਾ ਉਕਸਾਉਂਦਾ ਆ, ਤਵਾਰੀਖ ਦੇ ਸੋਰਸਿਸ ਸਾਨੂੰ ਇਹ ਦੱਸਦੇ ਨੇ, ਉਹਦੇ 'ਚ ਇੱਕ ਅਣਖੀਲਾ ਬੰਦਾ ਆ ਥੋੜ੍ਹਾ ਜਿਹਾ, ਜਿਹਦੇ ਅੰਦਰ ਥੋੜ੍ਹੀ ਗੈਰਤ ਆ, ਉਹਦਾ ਨਾਂ ਹੈ ਨਾਹਰ ਖਾਂ। ਉਹ ਅੱਗੇ ਵੱਧ ਕੇ ਕਹਿੰਦਾ ਔਰੰਗਜ਼ੇਬ ਠੀਕ ਹੈ, ਜੇ ਮੈਂ ਧਰਤੀ ਤੇ ਤੁਰਦਾ ਫਿਰਦਾ ਜਿਉਂਦਾ ਚੰਗਾ ਨਹੀਂ ਨਾ ਲੱਗਦਾ, ਮੈਂ ਜਾਣਾ ਵਾ। ਪਤਾ ਆ ਗੜੀ ਦੀ ਦੀਵਾਰ ਦੇ ਨੇੜੇ ਜਾਣਾ ਸਵਾਏ ਮੌਤ ਵਿਹਾਜਣ ਤੋਂ ਹੋਰ ਕੁਝ ਨਹੀਂ ਹੈਗਾ। ਉਹਨਾਂ ਮਰਜੀਵੜਿਆਂ ਨਾਲ ਕੌਣ ਸਿੱਝੇਗਾ ਜਾ ਕੇ? ਪਰ ਕਹਿੰਦਾ ਕੋਈ ਗੱਲ ਨਹੀਂ। ਖੈਰ ਇਸ ਰੂਪ ਵਿੱਚ ਕਹਿੰਦੇ ਨੇ ਕਿ ਉਹ ਕਹਿ ਕੇ ਤੇ ਉਹ ਫਿਰ ਅੱਗੇ ਵੱਧ ਕੇ ਗੜੀ ਦੀ ਦੀਵਾਰ ਦੇ ਨਾਲ ਪੌੜੀ ਲਾਉਂਦਾ। ਪੌੜੀ ਲਾ ਕੇ ਪਹਿਲਾਂ ਤੇ ਉਹਦੀ ਇਹ ਐਫਰਟ ਹੁੰਦੀ ਹੈ ਕਿ ਮੈਂ ਦੇਖਾਂ, ਮੁਆਇਨਾ ਕਰਾਂ ਗੜੀ ਦਾ ਇਸ ਰੂਪ ਦੇ ਵਿੱਚ। ਹਾਲਾਂਕਿ ਉਹ ਕਲੀਅਰ ਹੈ ਆਪਣੇ ਮਾਈਂਡ ਦੇ ਵਿੱਚ, ਜਿਹੜੀ ਉਹ ਬਾਤ ਕਹਿ ਕੇ ਗਿਆ ਵੀ ਵਜ਼ੀਰ ਖਾਂ ਜੇ ਮੈਂ ਜਿਉਂਦਾ ਚੰਗਾ ਨਹੀਂ ਲੱਗਦਾ ਤੇ ਮੈਂ ਜਾ ਰਿਹਾ। ਉਹ ਪੌੜੀ ਲਾ ਕੇ ਪੌੜੀ ਤੇ ਚੜ੍ਹਦਾ ਆ। ਮਹਾਰਾਜ ਉਹਦਾ ਜ਼ਿਕਰ ਵੀ ਆਉਂਦਾ ਸਾਡੇ ਰੰਗਾਂ ਦੇ ਵਿੱਚ, ਤਵਾਰੀਖ ਦੇ ਰੰਗਾਂ ਦੇ ਵਿੱਚ ਕਾਫੀ ਰੂਪ ਦੇ ਵਿੱਚ। ਤੇ ਉਹ ਜਿਵੇਂ ਸਟੈਪ ਬਾਏ ਸਟੈਪ ਚੜ੍ਹਦਾ ਹੋਇਆ ਪੌੜੀ ਦੇ ਬਿਲਕੁਲ
ਗੜੀ ਦੀ ਦੀਵਾਰ ਦੇ ਬਰਾਬਰ ਪਹੁੰਚਦਾ ਆ। ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਵੀਰ ਰਸ ਵਿੱਚ ਬੈਠੇ ਨੇ, 7 ਕਮਾਨੀਆਂ ਵਾਲਾ ਕਮਾਨ ਉਹਨਾਂ ਦੇ ਹੱਥ ਦੇ ਵਿੱਚ ਹੈ, ਜਿਹਦੀ ਡੋਰ ਮਤਲਬ 7 ਕਮਾਨੀਆਂ ਕਮਾਨ, ਜਿਵੇਂ ਖਾਸ ਕਰਕੇ ਜਿਹੜਾ ਉਹ ਹੁੰਦਾ ਆ ਜਿਹਨੂੰ ਅਸੀਂ ਖਾਸ ਕਰਕੇ ਕਹਿੰਦੇ ਹੈਗੇ ਆ ਕਿ ਜਿਹੜਾ ਬੋ ਬਣਾਇਆ ਹੁੰਦਾ ਉਸ ਤਰੀਕੇ ਨਾਲ, ਉਹਦੇ ਉੱਤੇ ਕਮਾਨ ਡੋਰ ਚੜਾਈ ਹੁੰਦੀ ਹੈ। ਉਹਦੀ ਇਕੱਲੀ ਡੋਰ ਚੜਾਉਣੀ ਹੀ ਬੜੀ ਮੁਸ਼ਕਿਲ ਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਂਦੇੜ ਵਿਖੇ ਪਠਾਨ ਉਹਨਾਂ ਨੂੰ ਆ ਕੇ ਬਰਛੀ ਲਗਾ ਦਿੰਦਾ, ਜ਼ਖਮੀ ਹੋ ਜਾਂਦੇ ਨੇ, ਅਤੇ ਉਹ ਜ਼ਖਮ ਠੀਕ ਹੋ ਰਿਹਾ ਸੀਗਾ ਹੌਲੀ ਹੌਲੀ, ਅਤੇ ਸਾਹਿਬ ਪਾਤਸ਼ਾਹ ਇੱਕ ਦਿਨ ਕਮਾਨ ਪਿਆ ਆ ਅਤੇ ਕਮਾਨ ਦੀ ਡੋਰ ਜਿਹੜੀ ਹੈ ਉਹ ਨਹੀਂ ਚੜ੍ਹ ਰਹੀ, ਅਤੇ ਕਿਸੇ ਨੇ ਕਿਹਾ ਕਿ ਇਹ ਹੁਣ ਡੋਰ 'ਤੇ ਇਹ ਕੌਣ ਚੜ੍ਹਾਏਗਾ, ਅਤੇ ਕਿਸੇ ਨੇ ਆਵਾਜ਼ ਦੇ ਕੇ ਕਹਿਣ ਲੱਗੇ ਸ਼ਾਇਦ ਹੀ ਹੁਣ ਕਦੀ ਚੜ੍ਹੇ ਗੁਰੂ ਸਾਹਿਬ 'ਤੇ, ਕਿਉਂਕਿ ਜ਼ਖਮੀ ਹੋ ਚੁੱਕੇ ਨੇ। ਗੁਰੂ ਸਾਹਿਬ ਨੇ ਉਹ ਕਮਾਨ ਫੜ ਕੇ ਉਹਦੀ ਡੋਰ ਜਦੋਂ ਚੜ੍ਹਾਈ ਨਾ ਇਸ ਤਰੀਕੇ ਦੇ ਨਾਲ, ਉਦੋਂ ਗੁਰੂ ਸਾਹਿਬ ਦਾ ਜ਼ਖਮ ਜਿਹੜਾ ਹੈ ਉਹ ਅੱਲਾ ਸੀਗਾ, ਉਹ ਫਟ ਗਿਆ। ਉਸ ਤੋਂ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਪਰ ਇਸ ਕਮਾਨ ਦੀ ਅਤੇ ਗੁਰੂ ਸਾਹਿਬ ਦੀ ਤੀਰ ਕਮਾਨ ਚਲਾਉਣ ਦੀ ਜਿਹੜੀ ਉਹਨਾਂ ਦੀ ਐਬਿਲਿਟੀ ਅਤੇ ਜਿਹੜੀ ਉਹਨਾਂ ਦੀ ਸਮਰੱਥਾ ਸੀ, ਉਹਦੇ ਬਾਬਤ ਤੇ ਮੰਨਿਆ ਜਾਂਦਾ ਹੈ ਕਿ ਮਹਾਰਾਜ ਜੀ ਦੇ ਤੀਰਾਂ ਦੀ ਮਾਰ ਜਿਹੜੀ ਹੈ ਉਹ 2.5 ਮੀਲ ਤੋਂ 7 ਮੀਲ ਤੱਕ ਸੀਗੀ, ਮਤਲਬ ਇੰਨੀ ਲੰਮੀ ਮਾਰ ਸੀਗੀ। ਕਹਿੰਦੇ 2-3 ਕੋਹ ਦੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਦੀ ਤੀਰ ਦੇ ਸਾਹਮਣੇ ਕੋਈ ਵੀ ਚੀਜ਼ ਫੁੰਡਣੀ ਇਹ ਨਾਮੁਮਕਿਨ ਨਹੀਂ ਸੀਗੀ। ਮਹਾਰਾਜ ਐਸੇ ਮਤਲਬ ਤੀਰਅੰਦਾਜ਼ ਸੀਗੇ। ਹੁਣ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਕਮਾਨ ਬਿਲਕੁਲ ਐਨ ਜਿਹੜੀ ਹੈ ਟਨਕਾਰ ਦੇ ਉੱਤੇ ਕੱਸ ਕੇ ਅਤੇ ਉਹਦੇ ਉੱਤੇ ਸੋਨਕਣੀ ਜੜਿਆ ਹੋਇਆ ਤੀਰ ਚੜ੍ਹਾ ਕੇ ਬਿਲਕੁਲ ਉਸ ਰੂਪ ਦੇ ਵਿੱਚ ਸਾਹਮਣੇ, ਕਿਉਂਕਿ ਪੌੜੀ ਦਾ ਇਸ਼ਾਰਾ ਹੋ ਰਿਹਾ ਵੀ ਪੌੜੀ ਲੱਗੀ ਆ, ਬੰਦਾ ਚੜ੍ਹ ਰਿਹਾ ਉੱਤੇ। ਨਾਹਰ ਖਾਂ ਜਿਵੇਂ ਹੀ ਕਦਮ ਬਾ ਕਦਮ ਕਰਦਿਆਂ ਬਿਲਕੁਲ ਗੜੀ ਦੀ ਦੀਵਾਰ ਦੇ ਬਰਾਬਰ ਆਉਂਦਾ ਅਤੇ ਉਹ ਅੱਖ ਦੇ ਫੋਰ ਜਿੰਨੇ ਸਮੇਂ ਦੇ ਵਿੱਚ ਗੜੀ ਦੀ ਦੀਵਾਰ ਤੋਂ ਅੰਦਰ ਝਾਤ ਕੇ ਵੇਖਣਾ ਚਾਹੁੰਦਾ ਵੀ ਅੰਦਰ ਹਾਲਾਤ ਕੈਸੇ ਨੇ। ਜਸਟ ਉਹਨੇ ਅੱਖ ਦੇ ਫੋਰ ਜਿੰਨੇ ਸਮੇਂ ਦੇ ਵਿੱਚ ਆਪਣਾ ਮਾੜਾ ਜਿਹਾ ਸਿਰ ਉੱਪਰ ਕੀਤਾ ਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਕਮਾਨ ਕੱਸਿਆ ਹੋਇਆ ਉਹਦੇ ਉੱਤੇ ਤੀਰ ਬਿਲਕੁਲ ਤਿਆਰ ਬੈਠਾ ਹੈ, ਇਸ ਤਰੀਕੇ ਨਾਲ ਲੰਮੀ ਜਿਹੜੀ ਹੈ 1.5 ਗਜ ਬਾਂਹ ਕਰਕੇ ਆਪਣੇ ਇਸ ਸੱਜੇ ਮੋਢੇ ਤੱਕ ਬਿਲਕੁਲ ਲਿਆ ਕੇ ਗੁਰੂ ਸਾਹਿਬ ਦੇ ਹੱਥਾਂ ਦੇ ਵਿੱਚੋਂ ਇੱਕਦਮ ਉਂਗਲਾਂ ਦੇ ਵਿੱਚੋਂ ਤੀਰ ਜਿਹੜਾ ਹੈਗਾ ਉਹ ਨਿਕਲਦਾ ਆ। ਸਰਸ਼ਾਰ ਪਾਉਂਦਾ ਹੋਇਆ ਤੀਰ ਛਾਂ ਕਰਦਾ ਹੋਇਆ ਜਿਵੇਂ ਹੀ ਉਸ ਦੀਵਾਰ ਕੱਚੀ ਕੰਧ ਦੀ ਦੀਵਾਰ ਦੇ ਨਾਲ ਲੱਗੇ ਹੋਏ ਨਾਹਰ ਖਾਂ ਦਾ ਸਿਰ ਮਾੜਾ ਜਿਹਾ ਉੱਪਰ ਹੁੰਦਾ, ਅੱਖ ਦੇ ਫੋਰ ਜਿੰਨੇ ਸਮੇਂ 'ਚ ਲੋਹ ਟੋਪ ਪਾਏ ਦੇ ਹੋਣ ਦੇ ਬਾਵਜੂਦ ਉਹਦੇ ਸਿਰ ਦੇ ਦਰਮਿਆਨ ਤੋਂ ਗੁਰੂ ਮਹਾਰਾਜ ਦਾ ਤੀਰ ਜਿਹੜਾ ਆ ਬਿਲਕੁਲ ਚਾਕ ਕਰਦਾ ਹੋਇਆ ਨਾਹਰ ਖਾਂ ਨੂੰ ਪੌੜੀ ਤੋਂ 2 ਗੁਣਾ ਕਰਦਿਆਂ ਹੋਇਆ ਜਿਹੜਾ ਹੈਗਾ ਉਹਨੂੰ ਦੋਹਰਾ ਕਰਦਿਆਂ ਹੋਇਆ ਧਰਤੀ 'ਤੇ ਵਗਾਉਂਦਾ ਠਾ ਕਰਕੇ। ਨਾਹਰ ਖਾਂ ਦੇ ਡਿੱਗਣ ਦੀ ਆਵਾਜ਼ ਕਈਆਂ ਦੇ ਦਿਲਾਂ 'ਚ ਖੌਫ ਪੈਦਾ ਕਰਦੀ ਹੈ, ਮਗਰ ਹੁਣ ਪੌੜੀ ਲੱਗੀ ਹੈ, ਪੌੜੀ 'ਤੇ ਪਿੱਛੇ ਵੀ ਚੜ੍ਹ ਰਹੇ ਨੇ ਉਹਦੇ। ਦੂਜਾ ਗਨੀ ਖਾਂ ਹੈ, ਇਹ ਵੀ ਪਿੱਛੇ ਚੜ੍ਹ ਰਿਹਾ ਹੈ। ਹੁਣ ਇਹ ਇਤਨਾ ਡਰ ਗਿਆ, ਇਤਨਾ ਯਰਕ ਗਿਆ ਹੈ ਕਿ ਇਹਦਾ ਹੌਸਲਾ ਨਹੀਂ ਪੈ ਰਿਹਾ ਕਿ ਆਪਣਾ ਸਿਰ ਦੀਵਾਰ ਤੋਂ ਥੋੜ੍ਹਾ ਜਿਹਾ ਵੀ ਉੱਚਾ ਕਰੇ। ਗੁਰੂ ਗੋਬਿੰਦ ਸਿੰਘ ਸਾਹਿਬ ਇਹਦਾ ਅਹਿਸਾਸ ਕਰਦੇ ਨੇ ਅਤੇ ਮਹਾਰਾਜ ਆਪਣਾ ਕਮਾਨ ਜਿਹੜਾ ਆ ਉਹ ਇੱਕ ਸਾਈਡ 'ਤੇ ਰੱਖ ਦਿੰਦੇ ਨੇ। ਗੁਰੂ ਪਾਤਸ਼ਾਹ ਆਪਣੇ ਹੱਥ 'ਚ ਗੁਰਜ ਫੜਦੇ ਨੇ। ਗੁਰਜ ਜਿਹਨੂੰ ਬ੍ਰਿਜ ਭਾਸ਼ਾ 'ਚ ਗਦਾ ਵੀ ਕਹਿ ਦਿੱਤਾ ਜਾਂਦਾ ਹੈ, ਉਹ ਇੱਕ ਪਾਸਿਓ ਉਹਦਾ ਸਿਰ ਚੌੜਾ ਹੁੰਦਾ ਇਸ ਰੂਪ ਦੇ ਵਿੱਚ ਅਤੇ ਲੰਮਾ ਦਸਤਾ ਡੰਡਾ ਪਿਆ ਹੁੰਦਾ ਉਹਦੇ ਵਿੱਚ। ਗੁਰਜ ਬੜੀ ਭਾਰੀ ਹੁੰਦੀ ਹੈ, ਲੋਹ ਜਾਂ ਪੱਥਰ ਦੀ ਬਣਾਈ ਗਈ ਧਾਤ ਦੀ ਹੁੰਦੀ ਹੈ। ਸਾਹਿਬ ਮਹਾਰਾਜ ਉਹ ਗੁਰਜ ਚੁੱਕਦੇ ਨੇ ਇਸ ਹੱਥ ਦੇ ਆਪਣੇ ਸੱਜੇ ਹੱਥ ਦੇ ਵਿੱਚ। ਜਿਹੜਾ ਗਨੀ ਖਾਂ ਆ ਉਹ ਥੋੜ੍ਹਾ ਜਿਹਾ ਸਿਰ ਉੱਤੇ ਕਰਦਾ, ਥੋੜ੍ਹਾ ਜਿਹਾ ਥੱਲੇ ਕਰਦਾ, ਇਸ ਰੂਪ ਵਿੱਚ ਵਾਰ-ਵਾਰ ਉਹ ਜਿਹੜਾ ਹੈਗਾ ਉੱਥੇ ਹਰਕਤ ਪਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਬਿਲਕੁਲ ਦੀਵਾਰ ਦੇ ਕਲੋਜ਼ ਬਾਏ ਬਿਲਕੁਲ ਨੇੜੇ ਜਾਂਦੇ ਅਤੇ ਜਾ ਕੇ ਆਪਣੇ ਸਿਰ ਤੋਂ ਘੁਮਾ ਕੇ ਗੁਰਜ ਜਿਹੜੀ ਹੈ ਇੱਕਦਮ ਗਨੀ ਖਾਂ ਦੇ ਸਿਰ ਦੇ ਉੱਤੇ ਮਾਰਦੇ। ਉਹਦਾ ਸਿਰ ਦੀਆਂ ਜਿਹੜੀਆਂ ਖਾਸ ਕਰਕੇ ਉਹਦੀ ਮਿੱਝ ਤੇ ਖੋਪੜੀ ਆ ਉਹਦੇ ਠੀਕਰੇ ਉੱਡਦੇ ਹੋਏ ਦੂਰ ਤੱਕ ਉਹ ਜਿਹੜਾ ਲਹੂ ਦੀ ਧਾਰ ਖਿੰਡਦੀ ਤੁਰੀ ਲੱਗੀ ਜਾਂਦੀ ਹੈ। ਗਨੀ ਖਾਂ ਵੀ ਪੌੜੀ ਤੋਂ ਬਿਲਕੁਲ ਦੋਹਰਾ ਹੋ ਕੇ ਥੱਲੇ ਡਿੱਗਦਾ ਹੈ। ਉਹਦੇ ਪਿੱਛੇ ਖਵਾਜਾ ਮਹਿਮੂਦ ਆ, ਇਹਨੂੰ ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਖਵਾਜਾ ਮਰਦੂਦ ਲਿਖਿਆ ਆ। ਮਰਦੂਦ ਇਸ ਕਰਕੇ, ਮਰਦੂਦ ਦਾ ਮਤਲਬ ਕਾਵਟ, ਕਾਇਰ। ਸਾਹਿਬ ਕਹਿੰਦੇ ਜਦੋਂ ਮੈਦਾਨੇ ਜੰਗ ਭਖ ਰਿਹਾ ਹੋਏ, ਜਦੋਂ ਇਹੋ ਜਿਹੇ ਹਾਲਾਤ ਬਣੇ ਹੋਣ, ਉਸ ਸਮੇਂ ਦੇ ਵਿੱਚ ਮਰਦਾਂ ਦਾ ਕੰਮ, ਦਲੇਰਾਂ ਦਾ ਕੰਮ ਅੱਗੇ ਵੱਧ ਕੇ ਲੜਨਾ ਹੁੰਦਾ ਆ। ਸ਼ਹਾਦਤ ਉਹਨਾਂ ਲਈ ਸਭ ਤੋਂ ਵੱਡੀ, ਇੰਝ ਕਹਿ ਲਓ ਕਿ ਉਹਨਾਂ ਲਈ ਪ੍ਰਾਪਤੀ ਹੁੰਦੀ, ਉਹਨਾਂ ਲਈ ਰਿਵਾਰਡ ਹੁੰਦਾ, ਇਨਾਮ ਹੁੰਦਾ ਆ। ਸਾਹਿਬ ਕਹਿੰਦੇ ਇਹ ਖਵਾਜਾ ਮਹਿਮੂਦ ਜਿਹੜਾ ਆ, ਖਵਾਜਾ ਮਰਦੂਦ, ਇਹ ਕੈਸਾ ਮਰਦੂਦ ਹੈ, ਕੈਸਾ ਕਾਵੜ ਹੈ, ਕੈਸਾ ਕਾਇਰ ਆ।
ਸਾਹਿਬ ਕਹਿੰਦੇ ਮੈਂ ਕੋਈ 1.5 ਘੜੀ ਆਪਣੀ ਕਮਾਨ ਤੇ ਗੁਰਜ ਦੇ ਨਾਲ ਉਹਦੀ ਉਡੀਕ ਕਰਦਾ ਰਿਹਾ ਵੀ ਉੱਤੇ ਆਏਗਾ। ਇੱਕ ਤੀਰ ਨਹੀਂ ਤੇ ਇੱਕ ਗੁਰਜ ਦੀ ਚੋਟ ਉਹਨੂੰ ਵੀ ਮੈਂ ਤਸਦੀਕ ਕਰਾਂਗਾ, ਉਹਨੂੰ ਵੀ ਮੈਂ ਦੇਵਾਂਗਾ। ਮਗਰ ਸਾਹਿਬ ਕਹਿੰਦੇ ਇਤਨਾ ਡਰਪੋਕ ਤੇ ਬੁਜ਼ਦਿਲ ਨਿਕਲਿਆ, ਕੰਧ ਦੇ ਥੱਲੇ ਹੀ ਸਿਰ ਲੁਕੋ ਕੇ ਪੌੜੀ ਤੋਂ ਉੱਤਰ ਹੌਲੀ ਹੌਲੀ ਕਰਕੇ ਥੱਲੇ ਉਤਰ ਗਿਆ। ਹੁਣ ਤੁਸੀਂ ਇਹ ਸਾਰਾ ਰੰਗ ਦੇਖੋ ਕੀ ਹੈ। ਸਾਹਿਬ ਮਹਾਰਾਜ ਜੀ ਨੇ ਜਿਹੜੀ ਸੂਰਮ ਗਤੀ ਦੀ ਬਾਤ ਪਾਈ, ਜਿਹੜੀ ਮੈਂ ਬੀਤੇ ਕੱਲ ਬਾਤ ਕਰ ਰਿਹਾ ਸੀਗਾ कि भेड़ों से मैं शेर बिढ़ाऊं, चिड़ियों से मैं बाज तुड़ाऊं, भूप गरीबन को कहलाऊं, रंकों को मैं राठ बनाऊं, 1.25 लाख से एक लड़ाऊं, तब है गोबिंद सिंह नाम कहाऊं। ਇਹਦੀ ਬਿਲਕੁਲ ਲਾ ਮਿਸਾਲ ਹੈ ਤੁਹਾਡੇ ਸਾਹਮਣੇ। ਲੱਖਾਂ ਦੀ ਲੱਖ ਗਿਣਤੀ ਹੈ, ਕੋਈ ਅੱਗੇ ਵਧਣ ਵਾਸਤੇ ਤਿਆਰ ਨਹੀਂਗਾ ਉਸ ਰੂਪ ਦੇ ਵਿੱਚ। ਸੋ ਇਹ ਸਾਰੇ ਮੰਜ਼ਰ ਨੂੰ ਦੇਖ ਕੇ ਕਹਿੰਦੇ ਨੇ ਕਿ ਉਹ ਇੱਕਦਮ ਜਿਹੜਾ ਹੈ ਡਰ ਗਏ ਤੇ ਡਰੇ ਹੋਏ ਪਿੱਛੇ ਹਟ ਗਏ। ਹੁਣ ਵਜ਼ੀਰ ਖਾਨ ਨੇ ਸੋਚਿਆ ਕੀ ਕੀਤਾ ਜਾਏ। ਦਿਨ ਚੜ੍ਹਦਾ ਲਗਾ ਜਾ ਰਿਹਾ, ਸਮਾਂ ਲੰਘ ਰਿਹਾ ਲਗਾਤਾਰ। ਬੀਤੀ ਰਾਤ ਉਹ ਘੇਰੇ 'ਚ ਬੈਠੇ ਰਹੇ ਨੇ, ਆਲੇ ਦੁਆਲੇ ਘੇਰੇ 'ਚ ਅਨੰਦਪੁਰ ਸਾਹਿਬ 7 ਮਹੀਨਿਆਂ ਤੋਂ ਬੈਠੇ ਸੀ। ਹੁਣ ਹਾਲਤ ਇਹ ਆ, ਹੁਣ ਕੀ ਕੀਤਾ ਜਾਏ। ਖੈਰ ਵਜ਼ੀਰ ਖਾਨ ਨੇ ਫਿਰ ਇੱਕ ਹੋਰ ਪਲਾਨਿੰਗ ਕੀਤੀ, ਇੱਕ ਹੋਰ ਮੌਕਾ ਬਣਾਇਆ। ਉਹ ਇਹ ਕਿ ਅਸੀਂ ਹੁਣ ਇੱਕੋ ਹੱਲੇ ਗੜੀ ਤੇ ਜਾ ਕੇ ਅਟੈਕ ਕਰਾਂਗੇ, ਦਰਵਾਜ਼ਾ ਤੋੜਾਂਗੇ। ਇਸ ਕਿਸਮ ਦੀ ਬਾਤ ਉਹ ਬਣਾ ਰਿਹਾ ਹੈ। ਗੜੀ ਦੇ ਅੰਦਰ ਦਾ ਦ੍ਰਿਸ਼ ਜਿਹੜਾ ਆ ਉਹ ਕੁਝ ਇਸ ਕਿਸਮ ਦਾ ਹੈ ਕਿ ਗੁਰੂ ਸਾਹਿਬ ਦੇ ਮਰਜੀਵੜੇ ਸਿੱਖ ਗੁਰੂ ਕੇ ਹੁਕਮ ਦੀ ਉਡੀਕ ਕਰ ਰਹੇ ਨੇ। ਅਸੀਂ ਇਹ ਜਿਹੜਾ ਹੈਗਾ ਇਤਿਹਾਸ ਵਿੱਚ ਪੜ੍ਹਦੇ ਹਾਂ ਸਰੂਪ ਦੇ ਵਿੱਚ। ਮਹਾਰਾਜ ਨੇ ਕਿਹਾ ਵੀ ਹੁਣ ਆਪਾਂ ਇਹਨਾਂ ਨੂੰ ਜੰਗ ਲੜਨ ਦੀ ਜਾਚ ਸਿਖਾਉਣੀ ਹੈ। ਇਹ ਤਵਾਰੀਖ ਗਵਾਹੀ ਭਰਦੀ ਹੈ ਕਿ ਗੁਰੂ ਸਾਹਿਬ ਦੇ ਘਰ ਦੇ ਵਿੱਚ ਨਾ ਤੇ ਸਕਿੱਲ, ਹੁਨਰ ਇਹਦੀ ਕਮੀ ਸੀਗੀ ਕੋਈ। ਆਪ ਦੇਖੋਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ। ਪਹਿਲੀ ਜੰਗ ਜਿਹੜੀ ਹੈ ਅੰਮ੍ਰਿਤਸਰ ਦੀ ਹੁੰਦੀ ਹੈ, ਦੂਸਰੀ ਅਸੀਂ ਹਰਗੋਬਿੰਦਪੁਰੇ ਦੀ, ਤੀਸਰੀ ਅਸੀਂ ਮਹਿਰਾਜ ਦੀ ਤੇ ਚੌਥੀ ਕਰਤਾਰਪੁਰ ਦੀ ਵੇਖਦੇ ਹਾਂ। ਮਹਾਰਾਜ ਨੇ 4 ਜੰਗਾਂ ਜਿੱਤੀਆਂ। ਇਹ ਵੱਖਰੀ ਗੱਲ ਹੈ, ਹਿਸਟਰੀ ਦੇ ਜਦੋਂ ਚੈਪਟਰ ਪੜ੍ਹਾਏ ਜਾਂਦੇ ਨੇ ਉਹਨਾਂ 'ਚ ਉਹਦਾ ਕੋਈ ਜ਼ਿਕਰ ਨਹੀਂਗਾ, ਕਿਉਂਕਿ ਇਹ ਇਤਿਹਾਸ ਇਹ ਮਨੁੱਖਾਂ ਦਾ ਇਤਿਹਾਸ ਹੈ। ਇਹ ਇਤਿਹਾਸ ਉਸ ਧਰਤੀ ਦੇ ਜਾਇਆਂ ਦਾ ਇਤਿਹਾਸ ਹੈ। ਇਹ ਇਤਿਹਾਸ ਲੋਕ ਮੁਹਾਜ ਤੇ ਲੋਕ ਜਾਗਰਤੀ ਦਾ ਇਤਿਹਾਸ ਹੈ। ਇਹ ਇਤਿਹਾਸ ਉਹਨਾਂ ਦਾ ਆ ਜਿਨ੍ਹਾਂ ਨੂੰ ਨਪਾਣੇ, ਨਤਾਣੇ, ਲਤਾੜੇ ਹੋਏ ਕਿਹਾ ਗਿਆ ਸੀਗਾ, ਜਿਹਨੂੰ ਸਾਹਿਬ ਨੇ ਕਿਹਾ ਸੀ ਜਿਨ ਕੀ ਜ਼ਾਤ ਮੈਂ ਕੁੱਲ ਮੈਂ ਸਰਦਾਰੀ ਨਾ ਪਈ ਕਿਦਾਹੀ, ਜਿਨ੍ਹਾਂ ਨੂੰ ਕਦੇ ਰੂਪ ਦੇ ਵਿੱਚ ਸਰਦਾਰੀ ਦਾ ਤਾਂ ਮਤਲਬ ਹੀ ਕੋਈ ਨਹੀਂਗਾ, ਜਿਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਉਸ ਰੂਪ ਵਿੱਚ ਦਿੱਤੀ ਗਈ, ਜਿਨ੍ਹਾਂ ਤੋਂ ਇਹ ਸਭ ਚੀਜ਼ਾਂ ਖੋਹ ਲਈਆਂ ਗਈਆਂ। ਉਹਨਾਂ ਲੋਕਾਂ ਨੇ, ਜੇ ਅਸੀਂ ਕਰਤਾਰਪੁਰ ਵਾਲੀ ਇਕੱਲੀ ਜੰਗ ਦੇਖਦੇ ਹਾਂ ਤੇ ਤਵਾਰੀਖ ਦੇ ਸੋਰਸਿਸ ਇਹ ਦੱਸਦੇ ਨੇ ਕਿ 90,000 ਗਾਜ਼ੀ ਚੜ੍ਹ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ। ਸਾਹਿਬ ਮਹਾਰਾਜ ਦੇ ਕੋਲ 5,000 ਜਿਹੜਾ ਆਪਣਾ ਸਿੱਖ ਜ਼ਾਬਤਾਬੰਦ ਫੌਜ ਦੇ ਰੂਪ ਵਿੱਚ ਤਿਆਰ ਸੀਗਾ। 5,000 ਸਿੱਖਾਂ ਨੇ 90,000 ਗਾਜ਼ੀਆਂ ਦਾ ਮੂੰਹ ਮੋੜ ਕੇ ਰੱਖ ਦਿੱਤਾ। ਇਤਿਹਾਸ ਗਵਾਹ ਹੈ ਇਸ ਗੱਲ ਦਾ। ਐਸੀ ਜੰਗ ਹੋਈ ਕਰਤਾਰਪੁਰ 'ਚ, ਐਸੇ ਦੰਦ ਖੱਟੇ ਕੀਤੇ। ਤੇ ਸਾਡਾ ਕੋਈ ਬੰਦਾ ਲਿਖਦਾ, ਲੋਕਾਂ ਕਹਿਣਾ ਸੀਗਾ ਸਿੱਖ ਜਿਹੜੇ ਨੇ ਨਾ ਇਹ ਚੀਜ਼ਾਂ ਨੂੰ ਵਧਾ ਚੜਾ ਕੇ ਪੇਸ਼ ਕਰ ਦਿੰਦੇ ਨੇ। ਇਹ ਸਾਰੀ ਬਾਤ ਪਤਾ ਕਿਹਨੇ ਲਿਖੀ ਹੈਗੀ ਹੈ? ਇਹ ਲਿਖੀ ਹੈ ਮੋਹਸਨ ਫਾਨੀ ਨੇ। ਉਹਦਾ ਕਿਤਾਬਚਾ ਹੈ ਦਬਿਸਤਾਏ ਮਜ਼ਾਹਬ, ਫਾਰਸੀ ਜ਼ਬਾਨ ਦੇ ਵਿੱਚ ਸਮਕਾਲੀ ਹੈ। ਜਿਹੜਾ ਪੈਂਦੇ ਖਾਂ ਵਾਲਾ ਸਾਰਾ ਪ੍ਰਸੰਗ ਲਿਖਿਆ ਇਹ ਉਹਨੇ ਲਿਖਿਆ, ਗੁਰੂ ਹਰਗੋਬਿੰਦ ਸਾਹਿਬ ਦਾ। ਤੇ ਉਹ ਸਾਰੀ ਜੰਗ ਦੇ ਵਿੱਚ ਉਹ ਖੁਦ ਇਸ ਗੱਲ ਨੂੰ ਵਿਟਨੈਸ ਕਰਦਾ ਤੇ ਉਹ ਕਹਿੰਦਾ ਅਸੀਂ ਜੰਗ ਮੈਂ ਅੱਜ ਤੱਕ ਨਹੀਂ ਦੇਖੀ। ਇਸ ਕਿਸਮ ਦਾ ਮੁਕਾਬਲਾ, ਇਹ ਹਾਲਾਤ ਜਿਹੜੇ ਸਾਰੇ ਦੇ ਸਾਰੇ ਬਣਦੇ ਨੇ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਹੁਣ ਇਹ ਬਾਤ ਬਣਦੀ ਹੈ ਕਿ ਗੁਰੂ ਸਾਹਿਬ ਦੇ ਸੂਰਮਿਆਂ ਦੇ ਵਿੱਚ ਨਾ ਦਲੇਰੀ ਦੀ ਕਮੀ ਹੈ, ਨਾ ਉਹਨਾਂ ਦੇ ਵਿੱਚ ਲੜਨ ਦੀ ਉਸ ਪਾਇਆਂ ਦੀ ਕਿਸੇ ਰੂਪ ਦੇ ਵਿੱਚ ਕਮੀ ਹੈ। ਹੁੰਦਾ ਇਹ ਹੈ, ਮਹਾਰਾਜ ਕਹਿੰਦੇ ਵੀ ਹੁਣ ਗੜੀ ਦੇ ਦਰਵਾਜ਼ੇ ਤੇ ਅਟੈਕ ਕਰਨ ਲੱਗੇ ਨੇ, ਆਪਾਂ 5 ਸਿੰਘਾਂ ਦੇ ਜਥੇ ਭੇਜਾਂਗੇ। ਸਾਹਿਬ ਪਾਤਸ਼ਾਹ 5 ਸਿੰਘਾਂ ਦਾ ਜਥਾ ਤਿਆਰ ਕਰਕੇ ਉਹਨਾਂ ਨੂੰ ਜਿਹੜਾ ਦਰਵਾਜ਼ੇ ਦੇ ਸਾਹਮਣੇ ਖੜਾ ਕਰਦੇ ਤੇ ਦਰਵਾਜ਼ੇ ਦਾ ਦੁਆਰ ਖੋਲ੍ਹਦੇ ਉਸ ਰੂਪ ਦੇ ਵਿੱਚ। ਇਸ ਤੋਂ ਪਹਿਲਾਂ ਜਿਵੇਂ ਪ੍ਰਿੰਸੀਪਲ ਸਤਬੀਰ ਸਿੰਘ ਜਾਂ ਗੰਡਾ ਸਿੰਘ ਜੀ ਇਸ ਤਰ੍ਹਾਂ ਬਿਆਨ ਕਰਦੇ, ਕਿਉਂਕਿ ਜਿੱਥੇ ਇੰਨਾ ਮੁਲਕ ਇਕੱਠਾ ਹੋਏ, ਤੁਹਾਨੂੰ ਪਤਾ ਸਾਡੇ ਉੱਥੇ ਡਰਾਈ ਏਰੀਆ ਆ, ਘਾਹ ਤੇ ਹੁੰਦਾ ਨਹੀਂ ਬਹੁਤਾ, ਸੁੱਕਾ ਏਰੀਆ ਹੁੰਦਾ। ਘੋੜੇ, ਹਾਥੀ, ਊਂਠ, ਬੰਦੇ, 4 ਚੁਫੇਰੇ ਤੇ ਧੂੜ ਹੀ ਧੂੜ ਉੱਡ ਰਹੀ ਹੈ, ਮਤਲਬ ਗਰਦ ਉੱਡ ਰਹੀ ਹੈ ਪੈਰਾਂ ਦੇ ਨਾਲ, ਘੋੜਿਆਂ ਦੇ, ਬੰਦਿਆਂ ਦੇ ਸਰੂਪ ਦੇ ਵਿੱਚ। ਹੁਣ ਜਦੋਂ ਗੁਰੂ ਸਾਹਿਬ ਨੇ 5 ਸਿੱਖਾਂ ਦਾ ਜਥਾ ਪਹਿਲਾਂ ਤੋਰਿਆ ਹੈ, ਜਿਵੇਂ ਹੀ ਉਹਨਾਂ ਨੇ ਦਰਵਾਜ਼ਾ ਖੋਲ੍ਹਦਿਆਂ ਨਾਲ, ਮਤਲਬ ਜਿਸ ਤਰ੍ਹਾਂ ਕਹਿ ਲਓ ਕਿ ਬੁਲਟ ਦੀ ਸਪੀਡ ਦੇ ਨਾਲ ਸ਼ੂਕਦੇ ਹੋਏ ਘੋੜੇ ਗੜੀ ਦੇ ਵਿੱਚੋਂ ਜਿਹੜਾ ਹੈ ਦੜਾਉਂਦਿਆਂ ਹੋਇਆਂ ਦੁਸ਼ਮਣ ਦੇ
ਧੁਰ ਅੰਦਰ ਜਿਹੜਾ ਹੈਗਾ ਉਹਨਾਂ ਦੇ ਹਜ਼ੂਮ ਦੇ ਵਿੱਚ ਵੜ ਗਏ ਨੇ। ਉਹਨਾਂ ਨੇ ਐਸਾ ਲੋਹਾ ਖੜਕਾਇਆ, ਐਸੀਆਂ ਟਨਕਾਰਾਂ ਪਾਈਆਂ ਨੇ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ, 2 ਪਲ ਹੀ ਇੰਝ ਲੱਗ ਗਿਆ ਜਿਵੇਂ ਮੁਗਲਾਂ ਦੀ ਹਾਹਾਕਾਰ ਜਿਹੜੀ ਹੈ ਉਹਨਾਂ ਦੇ ਜਿਹੜੇ ਧੌਂਸੇ ਤੇ ਨਗਾਰੇ ਉਹਨਾਂ ਤੋਂ ਕਿਤੇ ਉੱਚੀ ਹੋ ਗਈ। ਐਸੀ ਤਬਾਹੀ ਜੰਗ ਦੇ ਵਿੱਚ ਲਿਆਂਦੀ ਗਈ ਹੈ। ਤੇ ਥੋੜ੍ਹੀ ਦੇਰ ਬਾਅਦ ਹਾਲਾਤ ਇਹ ਬਣ ਗਏ ਨੇ, ਬੰਦਿਆਂ ਘੋੜਿਆਂ ਤੇ ਜਾਨਵਰਾਂ ਦੇ ਖੂਨ ਨੂੰ ਜਦੋਂ ਸ਼ਾਸਤਰਾਂ ਨੇ ਫੈਲਾਇਆ ਆ, 4 ਚੁਫੇਰੇ ਉੜਦੀ ਹੋਈ ਗਰਦ ਜਿਹੜੀ ਹੈ ਉਹ ਬੰਦ ਹੋ ਗਈ ਹੈ। ਲਹੂ ਦਾ ਚਿੱਕੜ ਹੋ ਗਿਆ ਆ। ਇੰਝ ਕਹਿ ਲਓ ਜਿਵੇਂ ਮਿੱਟੀ ਜਿਹੜੀ ਹੈ, ਮਿੱਟੀ ਦੇ ਵੱਡਾ ਪਾਣੀ ਤਰੌਂਕਦੀ ਹੈ, ਚਿੱਕੜ ਕਰਦੀ ਹੈ, ਇਹੋ ਜਿਹੇ ਹਾਲਾਤ ਬਣਾ ਦਿੱਤੇ ਉਹਨਾਂ ਨੇ। ਇੱਕਦਮ ਗਰਦ ਰੁਕ ਗਈ ਹੈ ਉੱਡਣੀ। ਪਤਾ ਲੱਗ ਗਿਆ ਮੈਦਾਨ ਭਖ ਗਿਆ ਪੂਰਨ ਰੂਪ ਦੇ ਵਿੱਚ। ਪਹਿਲਾਂ ਗੁਰੂ ਸਾਹਿਬ ਨੇ ਪੰਜਾਂ ਦਾ ਜਥਾ ਤੋਰਿਆ। ਉਸ ਤੋਂ ਬਾਅਦ ਜਦੋਂ 5 ਸ਼ਹਾਦਤ ਜਾਮੇ ਸ਼ਹਾਦਤ ਪੀ ਗਏ, ਮਹਾਰਾਜ ਨੇ 5 ਪਿੱਛੇ ਤਿਆਰ ਕੀਤੇ ਨੇ। ਮਹਾਰਾਜ ਨੇ ਉਹਨਾਂ 5 ਨੂੰ ਤੋਰਿਆ ਇਸ ਰੂਪ ਦੇ ਵਿੱਚ। ਇਹਦੇ ਦਰਮਿਆਨ ਬਹੁਤੇ ਜ਼ਿਆਦਾ ਸੋਰਸਿਸ ਤੇ ਇਹਦੇ ਬਾਬਤ ਨਹੀਂ ਕਹਿੰਦੇ, ਪਰ ਮੈਂ ਜਿੰਨਾ ਕੁ ਸੋਰਸਿਸ ਮੈਂ ਚੈੱਕ ਕੀਤੇ ਨੇ ਉਹਨਾਂ 'ਚ ਕਨਿੰਗਮ ਇੱਕ ਛੋਟਾ ਜਿਹਾ ਜ਼ਿਕਰ ਕਰਦਾ ਹੈ। ਉਹ ਜ਼ਿਕਰ ਇਹ ਕਰਦਾ ਹੈ ਕਿ ਇਸੇ ਸਮੇਂ ਦੇ ਦੌਰਾਨ ਇੱਕ ਮੌਲਵੀ, ਉਹ ਇੱਕ ਚਿੱਟਾ ਚੋਗਾ ਪਾ ਕੇ ਤੇ ਚਿੱਟਾ ਝੰਡਾ ਲੈ ਕੇ ਉਹ ਗੜੀ ਦੇ ਅੰਦਰ ਜਾਂਦਾ ਆ, ਤੇ ਗੁਰੂ ਸਾਹਿਬ ਉਹਨੂੰ ਆਉਣ ਦਿੰਦੇ ਨੇ। ਉਹ ਆ ਕੇ ਤੇ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਕਿ ਤੁਸੀਂ ਜੰਗ ਛੱਡ ਦਿਓ ਤੇ ਮੈਂ ਤੁਹਾਡੀ ਜਿਹੜੀ ਹੈ ਸੁਲਾਬਾਤ ਕਰਾ ਦੇਣਾ ਵਿੱਚ ਵਜ਼ੀਰ ਖਾਨ ਦੇ ਨਾਲ। ਇਹੋ ਜਿਹੀ ਗੱਲਬਾਤ ਕੁਝ ਚੱਲਦੀ ਉਹਦੇ ਵਿੱਚ। ਤੇ ਜਦੋਂ ਸਾਰੀ ਬਾਤ ਹੁੰਦੀ ਹੈ ਤੇ ਮਹਾਰਾਜ ਉਹਨੂੰ ਬਿਆਨ ਕਰਦੇ ਨੇ ਕਿ ਅਸੀਂ ਤੇ ਤੂੰ ਵੈਪਨ ਛੱਡ ਕੇ ਆਇਆ ਸੀਗਾ ਤਾਂ ਕਰਕੇ ਤੇਰਾ ਅਸੀਂ ਅਦਬ ਕੀਤਾ, ਨਹੀਂ ਤੇ ਮੈਦਾਨ ਭਖ ਰਿਹਾ। ਮੈਦਾਨ ਦੇ ਵਿੱਚ ਮੂੰਹ ਨਾਲ ਗੱਲਾਂ ਨਹੀਂ ਹੁੰਦੀਆਂ। ਇੱਥੇ ਤੇ ਵੈਪਨ ਜਿਹੜਾ ਹੈਗਾ, ਜਿਹੜਾ ਸ਼ਾਸਤਰ ਹੈ ਉਹੀ ਜਵਾਬ ਦੇਗਾ। ਖੈਰ ਜਦੋਂ ਇਹ ਸਾਰੀ ਬਾਤ ਹੋਈ, ਅਖੀਰ ਜਦੋਂ ਉਹ ਜਾਣ ਲੱਗਾ ਮੌਲਵੀ ਜਿਹੜਾ ਗੜੀ ਦੇ ਵਿੱਚੋਂ ਬਾਹਰ, ਤੇ ਉਹਨੇ ਕੁਝ ਗਲਤ ਅਲਫਾਜ਼ ਗੁਰੂ ਸਾਹਿਬ ਦੀ ਸ਼ਾਨ ਵਿੱਚ ਕਹੇ ਨੇ। ਉਹ ਸਾਰੀ ਗੜੀ ਦੇ ਵਿੱਚ ਜਿਹੜੇ ਲੜਾਕੇ, ਜਿਹੜੇ ਸੂਰਮੇ ਮੌਜੂਦ ਨੇ, ਉਹਨਾਂ 'ਚ ਸਭ ਤੋਂ ਛੋਟੀ ਅਰਬਲਾ ਜਿਹੜੀ ਹੈ ਉਹ ਹੈ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ। ਅਸੀਂ ਇਹੀ ਪੜ੍ਹਦੇ ਹਾਂ ਤਵਾਰੀਖ ਦੇ ਵਿੱਚ। ਜਿਵੇਂ ਹੀ ਉਹ ਮੌਲਵੀ ਨੇ ਕੁਝ ਗੁਰੂ ਸਾਹਿਬ ਦੀ ਸ਼ਾਨ ਦੇ ਵਿੱਚ ਬਾਤ ਕਹੀ ਹੈ, ਤਾਂ ਇੱਕਦਮ ਜੁਝਾਰ ਸਿੰਘ ਦੀ ਖੂਨ ਜਿਹੜੀ ਹੈ, ਖੂਨ ਦੀ ਰਵਾਨਗੀ ਪ੍ਰਫੁੱਲਤ ਹੁੰਦੀ, ਇੱਕਦਮ ਸਫੁੱਟਤ ਹੁੰਦੀ ਹੈ। ਤੇ ਉਸ ਖੂਨ ਦੀ ਰਵਾਨਗੀ ਦੇ ਵਿੱਚ ਉਸ ਜਿਹੜਾ ਨੌ ਮਸ਼ਕ ਜਵਾਨ ਹੈ, ਉਸ ਨੌ ਨਿਹਾਲ ਨੇ ਇੱਕਦਮ ਸ਼ਮਸ਼ੀਰ ਮਿਆਨ ਤੋਂ ਬਾਹਰ ਕੱਢ ਲਈ ਹੈ। ਤੇ ਬਾਹਰ ਕੱਢਦਿਆਂ ਹੋਇਆ ਸ਼ਮਸ਼ੀਰ ਲਲਕਾਰ ਕੇ ਉਸ ਮੌਲਵੀ ਨੂੰ ਇਹ ਬਾਤ ਕਹਿੰਦਾ ਖਬਰਦਾਰ, ਜੇ ਗੁਰੂ ਪਿਤਾ ਦੀ ਸ਼ਾਨ 'ਚ ਇੱਕ ਲਫ਼ਜ਼ ਵੀ ਹੋਰ ਗਿਆ ਤੇ ਹੁਣ ਤੈਨੂੰ ਪਤਾ ਆ ਮੁਕਾਬਲਾ ਮੈਦਾਨ ਵਿੱਚ। ਤੁਸੀਂ ਜੁਰਤ ਦੇਖੋ ਉਸ ਨੌਜਵਾਨ, ਉਸ ਕਿਸ਼ੋਰਾਵਸਥਾ ਦੇ ਬੱਚੇ ਦੀ। ਬਿਲਕਣ ਜੀ ਦੀ ਬੜੀ ਸ਼ਾਨਦਾਰ ਨਜ਼ਮ ਹੈ ਇਹਦੇ ਤੇ, ਹੈ ਤਾਂ ਲੰਮੀ ਚੌੜੀ, ਮੈਂ ਟੂਕ ਮਾਤਰ ਬਿਆਨ ਕਰਦਾ। ਉਹ ਕਹਿੰਦਾ ਹੈ ਕਿ ਜਦੋਂ ਅਸੀਂ ਸਿੱਖ ਦੀ ਬਾਤ ਕਰਦੇ ਹਾਂ ਨਾ, ਸਿੱਖ ਦੀ ਤਾਰੀਫ ਇਹ ਬਣਦੀ ਹੈ ਵੀ ਝੁਕਣ ਲਈ ਨਹੀਂ ਬਣੀਆਂ ਜੋ ਸਿੱਖ ਦੀਆਂ ਅੱਖੀਆਂ। ਕਹਿੰਦਾ ਝੁਕਣ ਲਈ ਨਹੀਂ ਬਣੀਆਂ ਸਿੱਖ ਦੀਆਂ ਅੱਖੀਆਂ, ਇਹ ਬਣੀਆਂ ਸ਼ਹੀਦੀ ਖੁਮਾਰੀਆਂ ਲਈ। 2 ਹੀ ਗੱਲਾਂ ਲਈ ਸਿੱਖ ਦਾ ਸੀਸ ਬਣਿਆ ਹੈ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ। ਸਿੱਖ ਹੋਣ ਦਾ ਮਤਲਬ ਇਹ ਹੈ ਜਾਂ ਕੁਰਬਾਨੀ ਹੋਏਗੀ ਜਾਂ ਧਰਤੀ ਦੇ ਉੱਤੇ ਕਹਿੰਦੇ ਤਖਤ ਜਾਂ ਤਖਤਾ। ਮਤਲਬ ਉਸ ਬਹਾਦਰਾਨਾ ਰੰਗ ਨੂੰ ਸਾਹਿਬਜ਼ਾਦਾ ਆਪਣੀ ਲੋਹ ਦੇ ਵਿੱਚ ਬਿਆਨ ਕਰਦਾ ਆ। ਇਸ ਤੋਂ ਬਾਅਦ ਉਹ ਕਹਿੰਦੇ ਮੌਲਵੀ ਬਾਹਰ ਜਾਂਦਾ, ਮਹਾਰਾਜ 5 ਦਾ ਜਥਾ ਫਿਰ ਭੇਜਦੇ ਨੇ। ਇਸ ਤੋਂ ਜਿਹੜਾ ਨੈਕਸਟ ਸਟੈਪ ਆ ਉਹਦੇ 'ਚ ਮੈਂ ਆਉਂਦੇ ਕੱਲ੍ਹ ਹੀ ਬਾਤ ਪ੍ਰਾਰੰਭ ਕਰਾਂਗਾ ਕਿ ਜਿਵੇਂ ਗੁਰੂ ਸਾਹਿਬ ਮਮਟੀ ਤੇ ਬੈਠ ਕੇ ਜੰਗ ਦਾ ਮੰਜ਼ਰ ਦੇਖ ਰਹੇ ਨੇ ਸਾਰੇ ਦਾ ਸਾਰਾ। ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਮੁਹਕਮ ਸਿੰਘ ਅੱਗੇ ਵੱਧ ਕੇ ਗੁਰੂ ਸਾਹਿਬ ਨੂੰ ਅਰਜ਼ੋਈਆਂ ਕਰਦੇ, ਮਹਾਰਾਜ ਤੁਸੀਂ ਇੱਥੋਂ ਜਾਓ। ਤੇ ਮਹਾਰਾਜ ਉਹਨਾਂ ਨੂੰ ਕਹਿੰਦੇ ਕਿ ਜਦੋਂ ਜੰਗ ਭਖੀ ਹੋਏ ਤਾਂ ਉਦੋਂ ਸੂਰਮਿਆਂ ਦਾ ਕੀ ਫਰਜ਼ ਬਣਦਾ, ਇਹਦੇ ਬਾਰੇ ਗੁਰੂ ਸਾਹਿਬ ਸਾਰੇ ਬਚਨ ਕਹਿੰਦੇ। ਇਹਦੀ ਬਾਤ ਕਰਦਿਆਂ ਹੋਇਆਂ ਆਉਂਦੇ ਕੱਲ੍ਹ ਬਾਕੀ ਵਾਰਤਾ ਪਾਵਾਂਗੇ। ਅੱਜ ਵਾਸਤੇ ਸ਼ਹੀਦਾਂ ਨੂੰ ਕੋਟਾਨ ਕੋਟ ਨਮਨ ਕਰਦਿਆਂ ਹੋਇਆਂ ਮੈਂ ਇੱਥੇ ਸਮਾਪਤੀ ਕਰ ਰਿਹਾ ਵਾਂ। ਸਿਮਰਨ ਦਾ ਸਮਾਂ ਹੈ, ਆਪ ਸਿਮਰਨ ਨਾਲ ਆਪਣੇ ਆਪ ਨੂੰ ਜੋੜੋ। ਅਗਲੇ 3-4 ਰੋਜ਼ਾਂ ਦੇ ਵਿੱਚ ਬਾਕੀ ਤਵਾਰੀਖ ਤੁਹਾਡੇ ਸਾਹਮਣੇ ਹੋਏਗੀ। ਭੁੱਲਾਂ ਗਲਤੀਆਂ ਲਈ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।